पिता जी दे पुलिस तो चक्के जाण 17 दिन बाद ਤਾਂ ਅਸੀਂ 2 ਜੁੜਵਾ ਬੇਟੀਆਂ ਘਰ ਪੈਦਾ ਹੋਈਆਂ। ਪਿਤਾ ਜੀ ਘਰੋਂ ਚਲੇ ਗਏ ਤਾਂ ਉਸ ਸਮੇਂ ਮਾਹੌਲ ਇਹ ਸੀ, ਲੋਕ ਕਹਿੰਦੇ ਸੀ ਵੀ ਬੰਦਾ ਵੀ ਘਰੋਂ ਚਲਿਆ ਗਿਆ ਤੇ 2 ਪੱਥਰ ਹੋਰ ਡਿੱਗ ਪਏ। ਤਾਂ ਸਾਡੇ ਘਰ ਦੇ ਵਿੱਚ ਪੁਲਿਸ ਨੇ ਇਦਾਂ ਛਾਪਾ ਮਾਰਿਆ ਸੀਗਾ ਵੀ ਜਿਵੇਂ ਉਹਨਾਂ ਦੇ ਹੱਥ ਕੋਈ ਬਹੁਤ ਵੱਡਾ ਅੱਤਵਾਦੀ ਲੱਗਣ ਵਾਲਾ ਸੀ, ਜਾਂ ਇਹ ਕੋਈ ਘਰ ਨਹੀਂ ਹੈ, ਇਹ ਅੱਤਵਾਦੀਆਂ ਦਾ ਡੇਰਾ ਹੈ। ਮਗਰ ਉਹਦੇ ਪਿੰਡਾਂ ਦੇ ਪਿੰਡ ਜਾਣ ਉਹਨਾਂ ਨੂੰ ਛਡਾਉਣ ਵਾਸਤੇ ਤੇ ਪੁਲਿਸ ਵਾਲੇ ਇਹ ਕਹਿ ਕੇ ਮੋੜ ਦੇਣ ਕਿ ਤੁਹਾਡਾ ਤਾਂ ਅਸੀਂ ਬੰਦੇ ਹੀ ਨਹੀਂ ਚੱਕ ਕੇ ਲਏ। ਤੇ ਇਦੋਂ ਦੁੱਖ ਦੀ ਗੱਲ ਹੋਰ ਕੀ ਹੋ ਸਕਦੀ ਹੈ। ਸਾਰੇ ਸੁਣਨ ਵਾਲੇ ਵੀ ਇਹ ਲੋਕ ਸੋਚ ਲੈਂਦੇ ਵੀ ਐਂ ਕਿਵੇਂ ਲੈ ਗਏ, ਕਿਸੇ ਹੋਰ ਨੂੰ ਨਾ ਲੈ ਗਏ, ਕੋਈ ਗੱਲ ਤਾਂ ਹੋਊਗੀ। ਜੇ ਕੋਈ ਐਸੀ ਗੱਲ ਹੁੰਦੀ ਤਾਂ ਪਿੰਡ ਦੇ ਵਿੱਚ ਪੁਲਿਸ ਡੇਲੀ ਆਉਂਦੀ ਸੀ ਜੀ, ਤਾਂ ਪਿਤਾ ਜੀ ਕਿਸੇ ਪਾਸੇ ਖਿਸਕ ਵੀ ਸਕਦੇ ਸੀ, ਇੱਧਰ ਉੱਧਰ ਵੀ ਹੋ ਸਕਦੇ ਸੀ। ਬਥੇਰੇ ਲੋਕਾਂ ਨੇ ਮਤਲਬ ਕਿ ਇੱਧਰ ਉੱਧਰ ਹੋ ਕੇ ਵੀ ਉਦੋਂ ਜਾਨ ਬਚਾਈ ਹੈ ਆਪਦੀ, ਵੀ ਸਾਡਾ ਗਲਤ ਨਾਮ ਨਾ ਆ ਜੇ। ਇੰਨਾ ਵੀ ਰੱਬ ਨੇ ਮੇਰੇ ਮਾਤਾ ਜੀ ਨੂੰ ਇੰਨਾ ਜ਼ਿਆਦਾ ਅੰਦਰੋਂ ਸਟਰੋਂਗ ਕਰਤਾ ਕਿ ਉਹਨਾਂ ਨੇ ਸਾਨੂੰ ਕਦੇ ਪਿਤਾ ਦੀ ਕਮੀ ਮਹਿਸੂਸ ਹੀ ਨਹੀਂ ਹੋਣ ਦਿੱਤੀ। ਪਰ ਸਾਡਾ ਦੁਖਾਂ ਥੋੜ੍ਹਾ ਜਿਹਾ ਇੱਕ ਇਸ ਤਰ੍ਹਾਂ ਦਾ ਵੀ ਸਾਨੂੰ ਅੱਜ ਤੱਕ ਪਤਾ ਹੀ ਨਹੀਂ ਵੀ ਉਹ ਜਿੰਦਾ ਨੇ ਜਾਂ ਉਹ ਹੈਗੇ ਵੀ ਜਾਂ ਉਹ ਨਹੀਂ ਵੀ ਹੈਗੇ, ਉਹਨਾਂ ਨਾਲ ਹੋਇਆ ਕੀ, ਜਾਂ ਉਹਨਾਂ ਨਾਲ ਕੀ ਘਟਨਾ ਵਾਪਰੀ। ਬਸ ਇੱਕ ਇਹੀ ਸਵਾਲ ਹੈ ਜਿਹੜਾ ਸਾਲਾਂ ਤੋਂ ਤੰਗ ਕਰਦਾ ਰਿਹਾ। ਉਹ ਸਵਾਲ ਨੂੰ ਮਤਲਬ ਨਾਲ ਲੈ ਕੇ ਹੀ ਵੱਡੇ ਹੋਏ ਆ ਹੁਣ ਤੱਕ। ਰੱਬ ਨੇ ਤਾਂ ਮੈਂ ਸੋਚਦੀ ਹਾਂ ਵੀ ਮੰਮਾ ਨੂੰ ਦੁਖੀ ਕੀਤਾ ਹੀ ਕੀਤਾ ਸੀ, ਤਾਂ ਸਮਾਜ ਨੇ ਵੀ ਉਹਨਾਂ ਨੂੰ ਦੁਖੀ ਕਰਨ 'ਚ ਕਦੇ ਕੋਈ ਕਸਰ ਨਹੀਂ ਛੱਡੀ। ਤਾਂ ਇਹੋ ਜਿਹੀਆਂ ਬੜੀਆਂ ਹੀ ਉਦਾਹਰਨਾਂ ਨੇ। ਕਿਸੇ ਵੇਲੇ ਕਦੇ ਵੀ ਕੁਛ ਵੀ ਹੋਣਾ ਤਾਂ ਉਹਨਾਂ ਨੂੰ ਆਪਣੇ ਆਪ ਨੂੰ, ਉਹ ਖੁਦ ਆਪਣੇ ਆਪ ਨੂੰ ਮਗਰ ਰੱਖਦੇ ਵੀ ਜੇ ਮੈਂ ਸਾਹਮਣੇ ਹੋਈ ਤਾਂ ਬੁਰਾ ਮੰਨਦੇ ਸੀ ਲੋਕ। ਕਿਉਂਕਿ ਪਿਤਾ ਜੀ ਇੱਕ ਇੱਦਾਂ ਦੀ ਹਸਤੀ ਰਹੇ ਨੇ। ਹਾਂਜੀ, ਉਹਨਾਂ ਨਾਲ ਪਿਆਰ ਹੈਗਾ, ਉਹਨਾਂ ਬਾਰੇ ਜਾਣਨਾ ਚਾਹੁੰਦੇ ਆ, ਉਹ ਤਾਂ ਇੱਕ ਸਵਾਲ ਨੇ, ਉਹ ਸਵਾਲ ਦਾ ਹੱਲ ਚਾਹੀਦਾ। ਪਰ ਜੋ ਸਾਹਮਣੇ ਆਨਸਰ ਸੀ, ਸਾਹਮਣੇ ਉੱਤਰ ਸੀ, ਤਾਂ ਉਹਨਾਂ 'ਚ ਵਿਚਰਿਆ, ਉਹਨਾਂ ਨਾਲ ਬਚਪਨ ਗੁਜ਼ਰਿਆ। ਤਾਂ ਜਦੋਂ ਉਹ ਛੱਡ ਕੇ ਚਲੇ ਗਏ ਤਾਂ ਬੜਾ ਮਨ ਦੁਖੀ ਵੀ ਹੋਇਆ ਵੀ ਕੋਈ ਵੀ ਨਹੀਂ ਰਿਹਾ। ਇੱਥੋਂ ਤੱਕ ਕਿ ਡੈਥ ਸਰਟੀਫਿਕੇਟ ਤੱਕ ਮੇਰੇ ਫਾਦਰ ਦਾ ਹਜੇ ਤੱਕ ਨਹੀਂ ਜੀ ਬਣਿਆ, ਕਿਉਂਕਿ ਉਹ ਜਿਨ੍ਹਾਂ ਕੋਲ ਅਸੀਂ ਸਰਟੀਫਿਕੇਟ ਬਣਵਾਉਣ ਜਾਂਦੇ ਹਾਂ ਉਹ ਕਹਿੰਦੇ ਤੁਸੀਂ ਪ੍ਰੂਫ ਦਿਓ ਵੀ ਡੈਥ ਗਈ। ਅਸੀਂ ਜਿਨ੍ਹਾਂ ਕੋਲੋਂ ਪ੍ਰੂਫ ਮੰਗਣ ਜਾਂਦੇ ਹਾਂ ਉਹ ਕਹਿੰਦੇ ਇਨਕੁਆਇਰੀ ਪੂਰੀ ਹੋ ਗਈ, ਸਾਨੂੰ ਤਾਂ ਪਤਾ ਹੀ ਨਹੀਂ ਕਿੱਥੇ ਹੈ। ਜਦੋਂ ਤੇਰੇ ਪਾਪਾ ਨੂੰ ਪੁਲਿਸ ਲੈ ਗਈ ਤਾਂ ਜਦੋਂ ਪਿੰਡ 'ਚ ਪੁਲਿਸ ਆਉਂਦੀ ਨਾ, ਕਹਿੰਦੇ ਤੁਸੀਂ ਉਦੋਂ ਛੋਟੀਆਂ ਸੀ, ਕੁਝ ਕੁ ਦਿਨਾਂ ਦੀਆਂ ਸੀਗੀਆਂ, ਅੱਗੇ ਪੁਲਿਸ ਆਉਂਦੀ ਰਹਿੰਦੀ ਵਾਰ-ਵਾਰ। ਕਹਿੰਦੇ ਅਸੀਂ ਤਖਤਿਆਂ ਨਾਲ, ਕੰਧਾਂ ਨਾਲ ਕੰਨ ਲਾਈ ਰੱਖਦੇ ਰਾਤ ਦੇ 1:30 ਵਜੇ ਕਿ ਵੀ ਇੱਧਰ ਆਪਣੇ ਘਰ ਕੋਈ ਦੁਬਾਰਾ ਤਾਂ ਨਹੀਂ ਆ ਰਿਹਾ। ਦੇਖੋ ਜੀ, ਆਰਥਿਕ ਤੌਰ 'ਤੇ ਮੇਰਾ ਮੰਨਣਾ ਹੈ ਵੀ ਸਹਾਇਤਾ ਕਰਨ ਦਾ ਸਮਾਂ ਉਦੋਂ ਸੀ ਜਦੋਂ ਮੇਰੀ ਮਾਤਾ ਨੇ 3 ਬੇਟੀਆਂ ਨੂੰ ਕਿਵੇਂ ਪਾਲਿਆ, ਕਿੱਦਾਂ ਦੇ ਮਾਹੌਲ 'ਚ ਪਾਲਿਆ, ਬਾਹਰ ਤੱਕ ਨਹੀਂ ਨਿਕਲਣਾ। ਪੰਜਾਬ ਨੂੰ ਇੱਕ ਵੱਖਰੀ ਨਿਗਾਹ ਨਾਲ ਦੇਖਿਆ ਜਾਂਦਾ, ਉਹ ਕਿਹੜੀਆਂ ਗਤੀਵਿਧੀਆਂ ਕਰਕੇ ਦੇਖਿਆ ਜਾਂਦਾ, ਉਹਦੇ ਵਿੱਚ ਉਹ ਗਤੀਵਿਧੀਆਂ 'ਚ ਸਾਰੇ ਬੰਦੇ ਕਦੇ ਵੀ ਸ਼ਾਮਲ ਨਹੀਂ ਹੁੰਦੇ। ਪਰ ਜਦੋਂ ਹੁਣ ਅਸੀਂ ਇਨਕੁਆਇਰੀ ਪਾਉਂਦੇ ਆ ਜਾਂ ਜਦੋਂ ਵੀ ਇਨਕੁਆਇਰੀ ਪਾਈ ਆ ਤਾਂ ਸਾਡੇ ਕੋਲ ਇੱਕ ਹੀ ਚੀਜ਼ ਆਈ ਆ ਵੀ ਤੁਸੀਂ ਜਦੋਂ ਤੁਹਾਡਾ ਬੰਦਾ ਗਵਾਚਿਆ ਜਾਂ ਪੁਲਿਸ ਵੱਲੋਂ ਚੱਕਿਆ ਗਿਆ, ਤੁਸੀਂ ਕੋਈ ਰਿਪੋਰਟ ਲਿਖਾਈ ਹੋਊ, ਰਿਪੋਰਟ ਲੈ ਕੇ ਆਓ। ਤਾਂ ਹੁਣ ਸੋਚਣ ਵਾਲੀ ਇਹ ਗੱਲ ਹੈ ਵੀ ਜਦੋਂ ਚੱਕਿਆ ਹੀ ਪੁਲਿਸ ਨੇ ਆ ਤਾਂ ਫਿਰ ਰਿਪੋਰਟ ਲਿਖਾਉਣ ਵੀ ਤਾਂ ਪੁਲਿਸ ਕੋਲ ਜਾਣਾ ਸੀ, ਤਾਂ ਪੁਲਿਸ ਨੇ ਨਹੀਂ ਲਿਖੀ ਰਿਪੋਰਟ। ਜਦੋਂ ਪਿਤਾ ਜੀ ਨੂੰ ਨਾ ਪੁਲਿਸ ਲੈ ਕੇ ਗਈ ਜੀ, ਕੁਝ ਕੁ ਦਿਨਾਂ ਬਾਅਦ ਉਹਨੂੰ ਪੁਲਿਸ ਦੁਬਾਰੇ ਲੈ ਕੇ ਆਈ ਕਰ ਤਲਾਸ਼ੀ ਲੈਣ ਵਾਸਤੇ। ਪੁਲਿਸ ਆਈ ਤਾਂ ਉਹਨਾਂ ਨੇ ਪੇਟੀਆਂ ਖੋਲੀਆਂ, ਸਮਾਨ ਚੱਕ ਬਾਹਰ ਸੁੱਟਣਾ ਸ਼ੁਰੂ ਕਰਤਾ। ਕਹਿੰਦੇ ਮੰਮਾ ਮੈਂ ਉਹਨਾਂ ਨੂੰ ਬੋਲੇ ਵੀ ਭਾਈ ਇਹਦੇ ਕੋਲ ਕੁਛ ਨਹੀਂ ਹੈਗਾ, ਇਹ ਕਮਲਾ ਬੰਦਾ, ਤੁਸੀਂ ਕੁੱਟੀ ਜਾਂਦੇ ਹੋ, ਇਹ ਮੰਨੀ ਜਾਂਦਾ, ਖਨੀ ਕੀ ਮੰਨੀ ਜਾਂਦਾ। ਜੋ ਵੀ ਗਲਤ ਇਨਸਾਨੀਅਤ ਨਾਲ ਹੁੰਦਾ, ਠੀਕ ਹੈ, ਇੱਕ ਬੰਦੇ ਨੇ ਗਲਤੀ ਕਰੀ ਆ ਤਾਂ ਉਹ ਇੱਕ ਉਸ ਲਈ ਇੱਕ ਬੰਦਾ ਜ਼ਿੰਮੇਵਾਰ ਹੈ, ਉਹਦੇ ਲਈ ਪੂਰੀ ਕਮਿਊਨਿਟੀ ਕਦੇ ਵੀ ਜ਼ਿੰਮੇਵਾਰ ਨਹੀਂ ਹੁੰਦੀ। ਸਤਿ ਸ਼੍ਰੀ ਅਕਾਲ। ਬੀ ਸੋਸ਼ਲ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਜੂਨ 1984 ਸਿੱਖ ਇਤਿਹਾਸ ਦੇ ਵਿੱਚ ਇੱਕ ਅਜਿਹਾ ਵਰ੍ਹਾ ਜਿਹਨੂੰ ਭੁੱਲਣਾ ਨਾਮੁਮਕਿਨ ਹੈ। ਇਸ ਵਰ੍ਹੇ ਦੀਆਂ ਬਹੁਤ ਸਾਰੀਆਂ ਦਰਦਨਾਕ ਯਾਦਾਂ ਨੇ ਸਿੱਖ ਕੌਮ ਦੇ ਕੋਲ। ਜਦੋਂ ਅਸੀਂ ਇਸ ਸਾਕੇ ਦੀ ਗੱਲ ਕਰਦੇ ਹਾਂ ਤਾਂ ਇਹਨੂੰ ਸਾਕਾ ਨੀਲਾ ਤਾਰਾ ਦੇ ਨਾਂ ਦੇ ਨਾਲ ਇਤਿਹਾਸ ਦੇ ਵਿੱਚ ਯਾਦ ਕੀਤਾ ਜਾਂਦਾ ਹੈ, ਆਪਰੇਸ਼ਨ ਬਲੂ ਸਟਾਰ। ਹੁਣ ਜਦੋਂ ਇਹ ਗੱਲ ਚੱਲਦੀ ਹੈ ਤਾਂ ਬਹੁਤ ਸਾਰੇ ਇਹਦੇ ਨਾਲ ਸਵਾਲ ਜੁੜੇ ਹੁੰਦੇ ਨੇ, ਬਹੁਤ ਸਾਰੀਆਂ ਧਾਰਨਾਵਾਂ ਇਹਦੇ ਨਾਲ ਜੁੜੀਆਂ ਹੋਈਆਂ ਨੇ। ਡਾਕਟਰ ਕੁਲਦੀਪ ਸਿੰਘ ਧੀਰ ਆਪਣੀ ਕਿਤਾਬ ਪੁਲਾੜ ਤੇ ਮਨੁੱਖ ਦੇ ਵਿੱਚ ਲਿਖਦੇ ਨੇ ਕਿ ਨੀਲੇ ਤਾਰੇ ਸਭ ਤੋਂ ਗਰਮ ਹੁੰਦੇ ਨੇ। ਇਹ ਬਹੁਤ ਤੇਜ਼ੀ ਨਾਲ ਨਿਊਕਲੀ ਬਾਲਣ ਫੂਕਦੇ ਨੇ, ਜਿਹਦੇ ਕਰਕੇ ਇਹਨਾਂ ਦੀ ਉਮਰ ਸਭ ਤੋਂ ਘੱਟ ਹੁੰਦੀ ਹੈ। ਤੇ ਇਸ ਦੁਖਾਂਤਕ ਸਾਕੇ ਨੂੰ ਨਾਂ ਦਿੱਤਾ ਗਿਆ ਨੀਲਾ ਤਾਰਾ। ਇਹਦੇ ਨਿਸ਼ਾਨ ਸਾਡੇ ਪਿੰਡਾਂ 'ਤੇ ਅੱਜ ਤੱਕ ਨੇ।
ਬਹੁਤ ਸਾਰੇ ਪਰਿਵਾਰ ਅਜਿਹੇ ਨੇ ਜਿਨ੍ਹਾਂ ਨੇ ਇਹ ਸੰਤਾਪ ਭੋਗਿਆ ਤੇ ਹਲੇ ਵੀ ਲਗਾਤਾਰ ਭੋਗ ਰਹੇ ਨੇ। ਸਾਡੇ ਨਾਲ ਅੱਜ ਮੌਜੂਦ ਨੇ ਇਸੇ ਤਰ੍ਹਾਂ ਦਾ ਸੰਤਾਪ ਹੰਢਾ ਰਹੇ ਪਰਿਵਾਰ ਦੇ ਵਿੱਚੋਂ ਮੈਡਮ ਹਰਪ੍ਰੀਤ ਕੌਰ ਜੀ। ਮੈਮ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਥੈਂਕ ਯੂ, ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ। ਠੀਕ ਹੋ ਤੁਸੀਂ? ਹਾਂਜੀ ਬਿਲਕੁਲ ਜੀ। ਜਾਣਨਾ ਚਾਹਾਂਗੇ ਕਿ ਤੁਹਾਡਾ ਜਨਮ ਕਦੋਂ ਹੁੰਦਾ ਹੈ, ਕਿੱਥੇ ਹੁੰਦਾ ਹੈ ਤੇ ਕੀ ਮਾਹੌਲ ਸੀ ਉਸ ਵੇਲੇ ਪਰਿਵਾਰ ਦਾ? ਹਾਂਜੀ, ਮੇਰਾ ਜਨਮ ਜ਼ਿਲ੍ਹਾ ਬਰਨਾਲਾ ਦਾ ਪਿੰਡ ਘੁੰਸ ਹੈ। ਪਿੰਡ ਘੁੰਸ ਦੇ ਵਿੱਚ 29 ਨਵੰਬਰ 1992 ਨੂੰ ਜਨਮ ਹੁੰਦਾ ਜੀ। ਉਸ ਸਮੇਂ ਘਰ ਦਾ ਮਾਹੌਲ ਸੀ ਜੋ ਬੜਾ ਹੀ ਦੁੱਖਾਂ ਵਿੱਚੋਂ ਗੁਜ਼ਰ ਰਿਹਾ ਸੀ, ਕਿਉਂਕਿ 12 ਨਵੰਬਰ 1992 ਨੂੰ ਮੇਰੇ ਪਿਤਾ ਜੀ ਸਰਦਾਰ ਧੰਨਾ ਸਿੰਘ, ਉਹਨਾਂ ਨੂੰ ਪੁਲਿਸ ਵੱਲੋਂ ਚੁੱਕ ਲਿਆ ਗਿਆ ਸੀ। ਤੇ ਇੱਕ ਤੁਹਾਨੂੰ ਪਤਾ ਹੈ ਵੀ ਆਪਣੇ ਮਾਹੌਲ ਇੱਦਾਂ ਦਾ, ਆਪਣੇ ਖਾਸ ਇਕੱਲੇ ਪੰਜਾਬ ਨਹੀਂ ਕਵਾਂਗੇ, ਪੂਰੇ ਭਾਰਤ ਦੇ ਅੰਦਰ, ਕਿ ਇੱਕ ਮੇਰੇ ਜੋ ਵੱਡੇ ਦੀਦੀ ਨੇ ਉਹ ਪਹਿਲੀ ਉਦੋਂ 3 ਸਾਲ ਦੇ ਸੀ ਤੇ ਸਾਡਾ ਬਰਥ ਹੋਇਆ 2 ਜੁੜਵਾ ਕੁੜੀਆਂ ਦਾ। ਮਤਲਬ ਕਿ ਪਿਤਾ ਜੀ ਦੇ ਪੁਲਿਸ ਤੋਂ ਚੱਕੇ ਜਾਣ 17 ਦਿਨ ਬਾਅਦ ਤਾਂ ਅਸੀਂ 2 ਜੁੜਵਾ ਬੇਟੀਆਂ ਘਰ ਪੈਦਾ ਹੋਈਆਂ। ਪਿਤਾ ਜੀ ਘਰੋਂ ਚਲੇ ਗਏ ਤਾਂ ਉਸ ਸਮੇਂ ਮਾਹੌਲ ਇਹ ਸੀ, ਲੋਕ ਕਹਿੰਦੇ ਸੀ ਵੀ ਬੰਦਾ ਵੀ ਘਰੋਂ ਚਲਿਆ ਗਿਆ ਤੇ 2 ਪੱਥਰ ਹੋਰ ਡਿੱਗ ਪਏ। ਤੁਹਾਡੇ ਜਨਮ ਤੋਂ 18 ਦਿਨ ਪਹਿਲਾਂ ਤੁਹਾਡੇ ਪਿਓ ਘਰ ਤੋਂ ਚਲੇ ਜਾਂਦੇ ਨੇ, ਪੁਲਿਸ ਲੈ ਕੇ ਜਾਂਦੀ ਹੈ। ਅੱਜ ਤੱਕ ਕੁਝ ਪਤਾ ਨਹੀਂ ਚੱਲਿਆ? ਨਹੀਂ ਜੀ, ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ, ਕਾਫੀ ਵਾਰ ਪੰਚਾਇਤਾਂ ਵੀ ਇਕੱਠੀਆਂ ਕਰਕੇ ਉਦੋਂ ਦੇ ਸਮਿਆਂ 'ਚ ਲੈ ਕੇ ਗਏ, ਪਰ ਸਾਨੂੰ ਉਹਨਾਂ ਨੇ ਕੋਈ ਰਾਹ ਨਹੀਂ ਜੀ ਦਿੱਤਾ। ਕਿਉਂਕਿ ਉਹਨਾਂ ਨੂੰ ਜਦੋਂ ਚੱਕਿਆ ਗਿਆ ਸੀ ਸਵੇਰ ਦਾ 6 ਵਜੇ ਦਾ ਟਾਈਮ ਸੀ, ਤਾਂ ਸਾਡੇ ਘਰ ਦੇ ਵਿੱਚ ਪੁਲਿਸ ਨੇ ਇੱਦਾਂ ਛਾਪਾ ਮਾਰਿਆ ਸੀਗਾ ਵੀ ਜਿਵੇਂ ਉਹਨਾਂ ਦੇ ਹੱਥ ਕੋਈ ਬਹੁਤ ਵੱਡਾ ਅੱਤਵਾਦੀ ਲੱਗਣ ਵਾਲਾ ਸੀ, ਜਾਂ ਇਹ ਕੋਈ ਘਰ ਨਹੀਂ ਹੈ, ਇਹ ਅੱਤਵਾਦੀਆਂ ਦਾ ਡੇਰਾ ਹੈ। ਹਾਲਾਂਕਿ ਪੂਰਾ ਪਿੰਡ ਗਵਾਹੀ ਭਰਦਾ ਵੀ ਮੇਰੇ ਪਿਤਾ ਜੀ ਇਸ ਨੇਚਰ ਦੇ ਹੀ ਨਹੀਂ ਸੀ, ਇੱਦਾਂ ਦਾ ਕੋਈ ਸਾਡੇ ਘਰ ਦਾ ਮਾਹੌਲ ਵੀ ਨਹੀਂ ਸੀ ਵੀ ਜੇ ਅਸੀਂ ਕਹੀਏ ਵੀ ਸਾਡੇ ਘਰੇ ਕੋਈ ਲੋਕ ਆਉਂਦੇ ਸੀ ਜਾਂ ਮੰਨਿਆ ਵੀ ਖਾੜਕੂ ਸਾਡੇ ਘਰ ਆਉਂਦੇ ਸੀ। ਸਾਡਾ ਬੜਾ ਵੱਡਾ ਪਰਿਵਾਰ ਹੈ ਜੀ, ਪਿੰਡ 'ਚ ਅਸੀਂ ਲਾਣੇ ਵਾਲੇ ਵੱਜਦੇ ਹਾਂ। ਮਤਲਬ ਕਿ ਇੰਨੇ ਜ਼ਿਆਦਾ ਚੰਗੇ ਮਾਹੌਲ ਦੇ ਵਿੱਚ ਆਪਾਂ ਮੰਨੀਏ ਵੀ ਕੋਈ ਬੰਦਾ ਇੱਦਾਂ ਚਲਿਆ ਜਾਵੇ, ਮਗਰ ਉਹਦੇ ਪਿੰਡਾਂ ਦੇ ਪਿੰਡ ਜਾਣ ਉਹਨਾਂ ਨੂੰ ਛਡਾਉਣ ਵਾਸਤੇ, ਤੇ ਪੁਲਿਸ ਵਾਲੇ ਇਹ ਕਹਿ ਕੇ ਮੋੜ ਦੇਣ ਕਿ ਤੁਹਾਡਾ ਤਾਂ ਅਸੀਂ ਬੰਦੇ ਹੀ ਨਹੀਂ ਚੱਕ ਕੇ ਲਏ। ਤੇ ਇਦੋਂ ਦੁੱਖ ਦੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਪੁਲਿਸ ਵਾਲੇ ਸਾਫ਼ ਹੀ ਮੁੱਕਰ ਗਏ, ਕਹਿੰਦੇ ਅਸੀਂ ਲੈ ਕੇ ਨਹੀਂ ਆਏ। ਹੰਢਾਇਆ ਸਟਾਫ ਸੀ ਜੀ। ਤੁਹਾਨੂੰ ਉਸ ਵੇਲੇ ਤੁਹਾਡਾ ਜਨਮ ਜਿਹੜਾ ਹੈ ਉਹ ਹੋਇਆ ਹੀ ਸੀ, ਤੁਹਾਨੂੰ ਇਹ ਗੱਲਾਂ ਬਾਅਦ ਦੇ ਵਿੱਚ ਪਤਾ ਚੱਲੀਆਂ ਹੋਣੀਆਂ? ਹਾਂਜੀ, ਇਸ ਘਟਨਾ ਤੋਂ ਸਾਡਾ ਬਰਥ ਹੈ ਜਿਹੜਾ ਉਹ 17 ਦਿਨ ਬਾਅਦ 'ਚ ਹੋਇਆ ਸੀ ਜੀ। ਇਹ ਗੱਲਾਂ ਸਿਰਫ ਸੁਣੀਆਂ ਸੁਣਾਈਆਂ ਨੇ ਪੇਰੈਂਟਸ ਤੋਂ, ਮਤਲਬ ਮਦਰ ਤੋਂ ਸੁਣੀਆਂ ਨੇ, ਤਾਇਆਂ ਚਾਚਿਆਂ ਤੋਂ ਸੁਣੀਆਂ ਨੇ। ਉਹਨਾਂ ਨੇ ਸਾਨੂੰ ਇਹ ਗੱਲਾਂ ਦੱਸੀਆਂ ਵੀ ਉਦੋਂ ਗੱਲ ਕੀ ਹੁੰਦੀ ਸੀ। ਕਿਉਂਕਿ ਜਿੱਥੇ ਤੱਕ ਅਸੀਂ ਸੋਚਦੇ ਵਿਚਾਰਦੇ ਹਾਂ ਤਾਂ ਮੰਨ ਲਓ ਬਾਏ ਚਾਂਸ ਵੀ ਜਿਵੇਂ ਜੋੜ ਹੀ ਦਿੱਤਾ ਜਾਂਦਾ ਵੀ ਨਹੀਂ ਜੀ ਕੋਈ ਗੱਲ ਤਾਂ ਹੋਊਗੀ, ਕਿਉਂਕਿ ਸਾਰੇ ਸੁਣਨ ਵਾਲੇ ਵੀ ਇਹ ਲੋਕ ਸੋਚ ਲੈਂਦੇ ਵੀ ਐਂ ਕਿਵੇਂ ਲੈ ਗਏ, ਕਿਸੇ ਹੋਰ ਨੂੰ ਨਾ ਲੈ ਗਏ, ਕੋਈ ਗੱਲ ਤਾਂ ਹੋਊਗੀ। ਜੇ ਕੋਈ ਐਸੀ ਗੱਲ ਹੁੰਦੀ ਤਾਂ ਪਿੰਡ ਦੇ ਵਿੱਚ ਪੁਲਿਸ ਡੇਲੀ ਆਉਂਦੀ ਸੀ ਜੀ, ਤਾਂ ਪਿਤਾ ਜੀ ਕਿਸੇ ਪਾਸੇ ਖਿਸਕ ਵੀ ਸਕਦੇ ਸੀ, ਇੱਧਰ ਉੱਧਰ ਵੀ ਹੋ ਸਕਦੇ ਸੀ। ਬਥੇਰੇ ਲੋਕਾਂ ਨੇ ਮਤਲਬ ਕਿ ਇੱਧਰ ਉੱਧਰ ਹੋ ਕੇ ਵੀ ਉਦੋਂ ਜਾਨ ਬਚਾਈ ਹੈ ਆਪਦੀ, ਵੀ ਸਾਡਾ ਗਲਤ ਨਾਮ ਨਾ ਆ ਜੇ। ਤੇ ਮਾਤਾ ਜੀ ਦੱਸਦੇ ਨੇ ਵੀ ਜਦੋਂ ਦੀ ਇਹ ਘਟਨਾ ਹੈ ਤਾਂ ਉਦੋਂ ਮੇਰੇ ਪਿਤਾ ਜੀ ਸੀਗੇ ਜਿਹੜੇ, ਉਹ ਮੇਰੇ ਮੰਮੀ ਨਾਲ ਧਾਰ ਚਵਾ ਰਹੇ ਸੀ। ਮਾਤਾ ਜੀ ਮਤਲਬ ਕਿ ਧਾਰ ਕੱਢ ਰਹੇ ਸੀ ਮੱਝ ਦੀ, ਤੇ ਉਹ ਅੱਗੇ ਦਾਣਾ ਪਾ ਰਹੇ ਸੀ ਜੀ ਮੱਝ ਦੇ। ਤਾਂ ਪੁਲਿਸ ਆਈ ਤੇ ਉਹਨਾਂ ਨੇ ਸਿੱਧਾ ਇੱਕ ਛੋਟਾ ਜਿਹਾ ਸਾਡੇ ਗੇਟ ਹੁੰਦਾ ਸੀ, ਲੱਕੜੀ ਦਾ ਗੇਟ, ਜਿਵੇਂ ਪੁਰਾਣੇ ਸਮਿਆਂ 'ਚ ਛੋਟੇ ਛੋਟੇ ਗੇਟ ਹੁੰਦੇ ਸੀ, ਵੱਡਾ ਗੇਟ ਫਰੰਟ ਤੇ ਸੀ, ਹੋਰ ਪਾਸੇ ਛੋਟੇ ਗੇਟ ਤੋਂ ਦੀ ਉਹ ਆਏ, ਅੱਧੇ ਕੰਧਾਂ ਟੱਪ ਕੇ ਆਏ, ਅੱਧਿਆਂ ਨੇ ਤਖਤੇ 'ਚ ਲੱਤਾਂ ਮਾਰ ਕੇ ਅੰਦਰ ਐਂਟਰੀ ਕਰੀ। ਤਾਂ ਉਹਨਾਂ ਨੇ ਪਿਤਾ ਜੀ ਨੇ ਉਹਨਾਂ ਨੂੰ ਕਿਹਾ ਹਾਂਜੀ ਸਤਿ ਸ਼੍ਰੀ ਅਕਾਲ ਜੀ, ਆਓ ਜੀ। ਤਾਂ ਕੋਈ ਉਹਨਾਂ ਦੇ ਚਿਹਰੇ ਤੇ ਕੋਈ ਖੌਫ ਦੀ ਨਿਸ਼ਾਨੀ ਨਹੀਂ ਸੀ। ਇਹ ਵੀ ਸੀਗਾ ਵੀ ਉਹ ਪੁਲਿਸ ਨੂੰ ਦੇਖ ਕੇ ਭੱਜ ਵੀ ਸਕਦੇ ਸੀ। ਚਲੋ ਚਾਹੇ ਫੜੇ ਜਾਂਦੇ, ਜੇ ਗਲਤ ਹੁੰਦੇ ਕੋਈ ਤਾਂ ਟਰਾਈ ਕਰਦੇ ਆਪਣੇ ਆਪ ਨੂੰ ਬਚਾਉਣ ਦੀ, ਪਰ ਪੁਲਿਸ ਵਾਲੇ ਕਹਿੰਦੇ ਵੀ ਹਾਂਜੀ ਵੀ ਧੰਨਾ ਸਿੰਘ ਤੂੰ ਹੈ? ਤਾਂ ਉਹਨਾਂ ਨੇ ਕਿਹਾ ਹਾਂਜੀ ਦੱਸੋ ਜੀ ਮੈਂ ਹੀ ਹਾਂ। ਤਾਂ ਬਸ ਫਿਰ ਉਹਨਾਂ ਨੂੰ ਘੜੀਸ ਕੇ ਧੂ ਕੇ ਲੈ ਗਏ, ਕਹਿੰਦੇ ਬਸ ਫਿਰ ਤੂੰ ਹੀ ਚਾਹੀਦਾ। ਜੂਨ 84 ਤੋਂ ਲੈ ਕੇ ਤਕਰੀਬਨ 1995 ਤੱਕ ਜਿਹੜਾ ਇਹ ਇੱਕ ਦਹਾਕਾ ਸੀ, ਇਹ ਸਿੱਖ ਕੌਮ ਦੇ ਲਈ ਬਹੁਤ, ਜਿਹਨੂੰ ਅਸੀਂ ਖੌਫਨਾਕ ਕਹਿ ਸਕਦੇ ਹਾਂ, ਉਸ ਤਰ੍ਹਾਂ ਦਾ ਮਾਹੌਲ ਰਿਹਾ। ਜਿਸ ਵੇਲੇ ਤੁਹਾਡੇ
ਪਿਓ ਨੂੰ ਪੁਲਿਸ ਘਰ ਤੋਂ ਲੈ ਕੇ ਗਈ, ਤੁਹਾਡੀ ਮਾਤਾ ਜੀ ਨਾਲ ਤੁਹਾਡੀ ਗੱਲ ਹੁੰਦੀ ਹੋਣੀ, ਤੁਹਾਡੇ ਮਦਰ ਨਾਲ, ਉਹਨਾਂ ਨੇ ਕਦੇ ਦੱਸਿਆ ਕਿ ਕੋਈ ਇਸ ਤਰ੍ਹਾਂ ਦੀ ਕੋਈ ਗਤੀਵਿਧੀ ਸੀ ਜਾਂ ਕੀ ਕਾਰਨ ਸੀ? ਉਹਨਾਂ ਨੂੰ ਕੀ ਲੱਗਿਆ ਕਿ ਉਹਨਾਂ ਨੂੰ ਕਿਉਂ ਲੈ ਗਏ? ਉਹਦਾ ਕਾਰਨ ਇਹ ਸੀ ਜੀ, ਜੇ ਆਪਾਂ ਇਮਾਨਦਾਰੀ ਨਾਲ ਦੱਸੀਏ ਤਾਂ ਮੇਰੇ ਪਿਤਾ ਜੀ ਉਸ ਸਮੇਂ ਦੇ 8 ਕੁ ਪੜ੍ਹੇ ਹੋਏ ਸੀਗੇ, ਜਿਵੇਂ ਸੱਥ 'ਚ ਬੈਠਦੇ। ਉਹਨਾਂ ਦਾ ਕੀ ਸੀ, ਜੋ ਵੀ ਅਖਬਾਰ 'ਚ ਖਬਰਾਂ ਛਪਦੀਆਂ ਤਾਂ ਉਹ ਬਸ ਅਖਬਾਰ ਪੜ੍ਹਦੇ ਹੁੰਦੇ ਸੀ ਵੀ ਅੱਜ ਇਹ ਚੀਜ਼ ਹੋ ਗਈ, ਅੱਜ ਦੇ ਅਖਬਾਰ 'ਚ ਇਹ ਚੀਜ਼ ਆਈ ਹੈ, ਅੱਜ ਇਹ ਘਟਨਾਵਾਂ ਹੋਈਆਂ, ਇੰਨੀ ਜਗ੍ਹਾ ਖਾੜਕੂ ਮਾਰਤੇ, ਇੰਨੀ ਜਗ੍ਹਾ ਪੁਲਿਸ ਨੇ ਫੜ ਲਏ, ਬਸ ਇਹ ਚੀਜ਼ ਸੀ, ਸਿਰਫ ਉਹ ਇੱਕ ਪੜ੍ਹਦੇ ਸੀ। ਹੁਣ ਮੈਨੂੰ ਨਹੀਂ ਲੱਗਦਾ ਵੀ ਅਖਬਾਰ ਪੜ੍ਹਨਾ ਕੋਈ ਗਲਤ ਗੱਲ ਹੈ, ਜਾਂ ਜੇ 4 ਬੰਦੇ ਜਾਂ 8 ਬੰਦੇ ਸੱਥ 'ਚ ਬੈਠੇ ਨੇ, ਉਹ ਨਹੀਂ ਪੜ੍ਹੇ ਹੋਏ, ਜੇ ਆਪਾਂ ਪੜ੍ਹ ਕੇ ਉਹਨਾਂ ਨੂੰ ਦੱਸਦੇ ਵੀ ਅੱਜ ਦੇ ਅਖਬਾਰ ਦੀ ਖਬਰ ਇਹ ਆ, ਤਾਂ ਉਹਦੇ ਵਿੱਚ ਕੁਝ ਗਲਤ ਨਹੀਂ ਹੁੰਦਾ। ਸਿਰਫ ਇੰਨੀ ਗੱਲ ਸੀ ਜੀ। ਤੇ ਬਚਪਨ ਤੁਹਾਡਾ ਕਿਵੇਂ ਬੀਤਿਆ? ਬਚਪਨ ਤਾਂ ਜੀ ਬਸ ਤੁਹਾਨੂੰ ਪਤਾ ਹੀ ਹੈ ਵੀ ਪਿਤਾ ਨਾ ਹੋਵੇ ਜਾਂ ਭਰਾ ਵੀ ਨਾ ਹੋਵੇ ਤਾਂ ਬਚਪਨ ਕਿੱਦਾਂ ਦਾ ਗੁਜ਼ਰਦਾ, ਮਤਲਬ ਜੋ ਵੀ। ਪਰ ਇੰਨਾ ਵੀ ਰੱਬ ਨੇ ਮੇਰੇ ਮਾਤਾ ਜੀ ਨੂੰ ਇੰਨਾ ਜ਼ਿਆਦਾ ਅੰਦਰੋਂ ਸਟਰੋਂਗ ਕਰਤਾ ਕਿ ਉਹਨਾਂ ਨੇ ਸਾਨੂੰ ਕਦੇ ਪਿਤਾ ਦੀ ਕਮੀ ਮਹਿਸੂਸ ਹੀ ਨਹੀਂ ਹੋਣ ਦਿੱਤੀ। ਬਾਕੀ ਅਸੀਂ ਇੱਕ ਇੱਦਾਂ ਦੇ ਮਤਲਬ ਕਿ ਦੁਖੀ ਲੋਕ ਹੁੰਦੇ ਆ ਸਾਡੇ ਵਰਗੇ, ਵੀ ਜੇ ਤਾਂ ਕਿਸੇ ਦੀ ਡੈਥ ਹੋ ਜੇ ਤਾਂ ਆਪਾਂ ਇਹ ਸੋਚ ਕੇ ਸਬਰ ਕਰ ਲੈਂਦੇ ਹਾਂ ਵੀ ਜੀ ਚਲੋ ਡੈਥ ਹੋ ਗਈ, ਸਾਰੀ ਦੁਨੀਆ ਦੀ ਹੁੰਦੀ ਹੈ, ਜਿੱਥੋਂ ਜਨਮ ਲੈ ਕੇ ਆਏ ਆ ਪ੍ਰਮਾਤਮਾ ਦੇ ਘਰੋਂ, ਉੱਥੇ ਆਪਾਂ ਲੀਨ ਹੋ ਗਏ, ਜਾ ਕੇ ਸਾਡਾ ਮੈਂਬਰ ਉੱਥੇ ਚਲਿਆ ਗਿਆ। ਪਰ ਸਾਡਾ ਦੁਖਾਂਤ ਥੋੜ੍ਹਾ ਜਿਹਾ ਇੱਕ ਇਸ ਤਰ੍ਹਾਂ ਦਾ ਵੀ ਸਾਨੂੰ ਅੱਜ ਤੱਕ ਪਤਾ ਹੀ ਨਹੀਂ ਵੀ ਉਹ ਜਿੰਦਾ ਨੇ ਜਾਂ ਉਹ ਹੈਗੇ ਵੀ ਜਾਂ ਉਹ ਨਹੀਂ ਵੀ ਹੈਗੇ, ਉਹਨਾਂ ਨਾਲ ਹੋਇਆ ਕੀ ਜਾਂ ਉਹਨਾਂ ਨਾਲ ਕੀ ਘਟਨਾ ਵਾਪਰੀ। ਬਸ ਇੱਕ ਇਹੀ ਸਵਾਲ ਹੈ ਜਿਹੜਾ ਸਾਲਾਂ ਤੋਂ ਤੰਗ ਕਰਦਾ ਆ ਰਿਹਾ, ਉਹ ਸਵਾਲ ਨੂੰ ਮਤਲਬ ਨਾਲ ਲੈ ਕੇ ਹੀ ਵੱਡੇ ਹੋਏ ਆ ਹੁਣ ਤੱਕ। ਤੇ ਉਸ ਵੇਲੇ ਤੁਸੀਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੇ ਕਾਫੀ ਜਦੋਜਹਿਦ ਕੀਤੀ, ਉਸ ਤੋਂ ਬਾਅਦ ਤੁਸੀਂ 3 ਭੈਣਾਂ, ਤੁਸੀਂ ਵੱਡੇ ਹੋਏ ਹੋ। ਪਰਿਵਾਰਕ ਮਾਹੌਲ ਕਿਵੇਂ ਦਾ ਸੀ? ਕਿਉਂਕਿ ਨਾ ਅਕਸਰ ਜਿਹੜਾ ਸਾਡੇ ਸਮਾਜ ਦੇ ਵਿੱਚ ਦੇਖਿਆ ਜਾਂਦਾ, ਜਿਵੇਂ ਅਸੀਂ ਗੱਲ ਕਰਦੇ ਹੁੰਦੇ ਹਾਂ ਕਿ ਸ਼ਰੀਕਾ ਜਿਹੜਾ ਹੁੰਦਾ ਹੈ ਨਾ, ਸ਼ਰੀਕ ਕਹਿੰਦਾ ਕਿ ਵੀ ਤੂੰ ਜੜੇ ਤਾਂ ਮੈਂ ਵਸਾਂ, ਤੇ ਕਿੰਨਾ ਕੁ ਸਹਿਯੋਗ ਮਿਲਿਆ ਤੁਹਾਨੂੰ ਸਮਾਜ ਦਾ? ਸਮਾਜ ਦਾ ਸਹਿਯੋਗ ਦੇਖੋ ਜੀ, ਬਹੁਤ ਸਾਰੇ ਰਿਸ਼ਤੇਦਾਰ, ਇੱਥੋਂ ਤੱਕ ਕਿ ਮੇਰੇ ਨਾਨਕੇ ਜਾਂ ਹੋਰ ਵੀ ਜੋ ਰਿਸ਼ਤੇਦਾਰ, ਉਹ ਤਾਂ ਮਦਰ ਨੂੰ ਇਹ ਤੱਕ ਕਹਿ ਰਹੇ ਸੀ ਵੀ ਉਹਨਾਂ ਦਾ ਨਹੀਂ ਪਤਾ ਵੀ ਉਹ ਮੁੜਨਗੇ ਨਹੀਂ ਮੁੜਨਗੇ, ਮਾਰਤੇ ਜਾਂ ਜਿਉਂਦੇ ਨੇ, ਕੁਛ ਨਹੀਂ ਪਤਾ, ਵੀ ਤੁਸੀਂ ਆਪਣਾ ਜੀਵਨ ਇੱਥੇ ਖਰਾਬ ਨਾ ਕਰੋ, ਤੁਹਾਡੀ ਦੂਜੀ ਮੈਰਿਜ ਕਰ ਦਿੰਦੇ ਆ, ਵੀ ਤੁਸੀਂ ਚਲੇ ਜਾਓ ਇੱਥੋਂ, ਵੀ ਇੱਧਰ ਆ ਜਾਓ, ਸੈਕਿੰਡ ਮੈਰਿਜ ਕਰ ਦਾਂਗੇ। ਪਰ ਮਾਤਾ ਜੀ ਕਹਿੰਦੇ ਵੀ ਮੈਂ ਇਹਨਾਂ 3 ਬੱਚਿਆਂ ਨੂੰ ਸਿੱਟ ਕੇ ਕਿਹਦੇ ਆਸਰੇ ਜਾਊਂਗੀ, ਵੀ ਇਹਨਾਂ ਨੇ ਸੋਚਣਾ ਵੀ ਸਾਡਾ ਪਿਓ ਤਾਂ ਘਰੋਂ ਗਿਆ ਸੀ, ਸਾਡੀ ਮਾਂ ਵੀ ਸਾਨੂੰ ਧੱਕਾ ਦੇ ਕੇ ਸਿੱਟ ਗਈ। ਕੋਈ ਮਾਹੌਲ ਬਸ ਠੀਕ ਸੀਗਾ, ਜੋ ਤੁਹਾਨੂੰ ਪਤਾ ਹੀ ਹੈ ਵੀ ਆਪਣਾ ਹੁੰਦਾ। ਤਾਂ ਉਹਨਾਂ ਨੇ ਸਿਰਫ, ਰੱਬ ਨੇ ਤਾਂ ਮੈਂ ਸੋਚਦੀ ਹਾਂ ਵੀ ਮੰਮਾ ਨੂੰ ਦੁਖੀ ਕੀਤਾ ਹੀ ਕੀਤਾ ਸੀ, ਤਾਂ ਸਮਾਜ ਨੇ ਵੀ ਉਹਨਾਂ ਨੂੰ ਦੁਖੀ ਕਰਨ 'ਚ ਕਦੇ ਕੋਈ ਕਸਰ ਨਹੀਂ ਛੱਡੀ। ਤੁਸੀਂ ਇੱਕ ਵਾਰ ਮੇਰੇ ਨਾਲ ਗੱਲ ਕੀਤੀ ਸੀ, ਤੁਸੀਂ ਕਿਹਾ ਕਿ ਸਾਨੂੰ ਜੋ ਰੱਬ ਵੱਲੋਂ ਸਜ਼ਾ ਮਿਲੀ ਉਹ ਮਿਲੀ, ਪਰ ਸਾਨੂੰ ਸਮਾਜ ਨੇ ਬਹੁਤ ਸਾਰੀਆਂ ਸਜ਼ਾਵਾਂ ਦਿੱਤੀਆਂ। ਹਾਂਜੀ, ਉਹ ਕੀ ਸੀ? ਸਮਾਜ ਬੰਨਿਓ ਸਜ਼ਾਵਾਂ ਇਹ ਹੈ ਜੀ, ਦੇਖੋ ਕਿੱਥੇ ਮੇਰੀ ਸੋਚ ਇਹ ਆ, ਜਾਂ ਆਪਾਂ ਅੱਜ ਇਹ ਸੋਚਦੇ ਹਾਂ ਵੀ ਜੇ ਕੋਈ ਬੰਦਾ ਦੁਖੀ ਹੈ, ਜਾਂ ਮੰਨ ਲਓ ਕਿਸੇ ਦੇ ਸਿਰ ਤੇ ਪਤੀ ਦਾ ਛਾਇਆ ਨਹੀਂ ਹੈਗਾ, ਉਹਨਾਂ ਨੂੰ ਉਹ ਗੱਲ ਦਾ ਅਹਿਸਾਸ ਤੱਕ ਨਹੀਂ ਹੋਣਾ ਚਾਹੀਦਾ। ਤਾਂ ਸਾਡੇ ਨਾਲ ਇਹ ਚੀਜ਼ਾਂ ਵੀ ਹੁੰਦੀਆਂ ਰਹੀਆਂ ਨੇ, ਜਿਵੇਂ ਮੰਨ ਲਓ ਕਿਸੇ ਦੀ ਮੈਰਿਜ ਹੋ ਰਹੀ ਆ ਤਾਂ ਬਟਨਾ ਲਗਾਉਣਾ, ਤਾਂ ਮਾਤਾ ਜੀ ਐਂਡ ਤੇ ਸਾਈਡ ਤੇ ਖੜੇ ਨੇ, ਤਾਂ ਉਹ ਇਸ ਲਈ ਨਹੀਂ ਲਗਾ ਰਹੇ, ਨਾ ਤਾਂ ਪਹਿਲੀ ਗੱਲ ਉਹਨਾਂ ਨੂੰ ਕੋਈ ਕਹਿ ਹੀ ਨਹੀਂ ਰਿਹਾ ਵੀ ਆਓ ਰਿਸਪੈਕਟ ਨਾਲ ਆਓ ਜੀ ਤੁਸੀਂ ਬਟਨਾ ਲਗਾਓ, ਤਾਂ ਕਿ ਵੀ ਆਪਾਂ ਉਹ ਰੀਤਾਂ ਬਦਲੀਏ ਜੋ ਇੰਨੇ ਸਾਲਾਂ ਤੋਂ ਚੱਲੀਆਂ ਆ ਰਹੀਆਂ। ਉਲਟਾ ਹੁੰਦਾ ਕਿਸੇ ਉਹ ਸਾਈਡ ਤੇ ਲੁੱਕ ਕੇ ਖੜੇ ਹੁੰਦੇ ਸੀ ਵੀ ਮੈਂ ਸਾਈਡ ਤੇ ਹੋ ਜਾ, ਵੀ ਨਹੀਂ ਲੋਕ ਵਹਿਮ ਕਰਨਗੇ। ਤਾਂ ਇਹੋ ਜਿਹੀਆਂ ਬੜੀਆਂ ਹੀ ਉਦਾਹਰਨਾਂ ਨੇ, ਕਿਸੇ ਵੇਲੇ ਕਦੇ ਵੀ ਕੁਝ ਵੀ ਹੋਣਾ ਤਾਂ ਉਹਨਾਂ ਨੂੰ ਆਪਣੇ ਆਪ ਨੂੰ, ਉਹ ਖੁਦ ਆਪਣੇ ਆਪ ਨੂੰ ਮਗਰ ਰੱਖਦੇ ਵੀ ਜੇ ਮੈਂ ਸਾਹਮਣੇ ਹੋਈ ਤਾਂ ਬੁਰਾ ਮੰਨਦੇ ਸੀ ਲੋਕ, ਵੀ ਇਹਨਾਂ ਵੀ ਇਹ ਵੀ ਭਾਗਾਂ ਵਾਲੇ ਲੋਕ ਹੀ ਨੇ ਜਿਹੜੇ ਭਾਗਾਂ ਵਾਲੇ ਚੰਗੇ ਸ਼ਗਨ ਕਰ ਸਕਦੇ ਨੇ, ਵੀ ਇਹਨਾਂ ਦਾ ਹਰੇਕ ਜਗ੍ਹਾ ਤੇ ਜਾਂ ਅੱਗੇ ਮੂਹਰੇ ਆ ਕੇ ਕੋਈ ਵੀ ਸ਼ਗਨ ਕਰਨਾ ਵੀ ਜ਼ਰੂਰੀ ਨਹੀਂ ਹੈਗਾ। ਇਹ ਰੀਤ ਬਸ ਥੋੜ੍ਹੀ ਬਹੁਤੀ ਜਿੱਥੇ ਤੱਕ ਚੇਂਜ ਹੋਇਆ ਤਾਂ ਮੈਂ ਆਪਣੀ ਮੈਰਿਜ ਦੇ ਵਿੱਚ ਬਦਲੀ ਹੈ। ਉਦੋਂ ਵੀ ਮੇਰੇ ਨਾਲ ਬਹੁਤ ਜ਼ਿਆਦਾ, ਮੇਰੀ ਮੈਰਿਜ ਵਾਲੇ ਦਿਨ ਇੱਥੋਂ ਤੱਕ ਕਿ ਵੀ ਹੋਰ ਸੀਗੇ, ਇੱਕ ਤੁਹਾਨੂੰ ਦੱਸਦੀ ਹਾਂ, ਮੇਰੇ ਤਾਇਆ ਜੀ, ਮਤਲਬ ਮੈਨੂੰ ਇਹ ਲੱਗਦਾ ਇੱਕ ਮੇਰੇ ਭੂਆ ਜੀ ਤੇ ਇੱਕ ਮੇਰੇ ਤਾਇਆ ਜੀ, ਜਿੰਨਾ ਮੈਨੂੰ ਉਹਨਾਂ ਦੇ ਜਾਣ ਦਾ ਜੀਵਨ 'ਚ ਦੁੱਖ ਹੋਇਆ, ਤਾਂ ਸ਼ਾਇਦ ਅੱਜ ਤੱਕ, ਸ਼ਾਇਦ ਮੈਂ ਦਿਲੋਂ ਕਹਿ ਸਕਦੀ ਹਾਂ ਵੀ ਉਹਨਾਂ ਸ਼ਾਇਦ ਮੈਂ ਪਿਤਾ ਜੀ ਦਾ ਨਹੀਂ ਕੀਤਾ ਹੋਣਾ, ਕਿਉਂਕਿ ਪਿਤਾ ਜੀ ਇੱਕ ਇੱਦਾਂ ਦੀ ਹਸਤੀ ਰਹੇ ਨੇ। ਹਾਂਜੀ, ਉਹਨਾਂ ਨਾਲ ਪਿਆਰ ਹੈਗਾ, ਉਹਨਾਂ ਬਾਰੇ ਜਾਣਨਾ ਚਾਹੁੰਦੇ ਆ, ਉਹ ਤਾਂ ਇੱਕ ਸਵਾਲ ਨੇ, ਉਹ ਸਵਾਲ ਦਾ ਹੱਲ ਚਾਹੀਦਾ, ਪਰ ਜੋ ਸਾਹਮਣੇ ਆਨਸਰ ਸੀ, ਸਾਹਮਣੇ ਉੱਤਰ ਸੀ, ਤਾਂ ਉਹਨਾਂ 'ਚ ਵਿਚਰਿਆ, ਉਹਨਾਂ ਨਾਲ ਬਚਪਨ ਗੁਜ਼ਰਿਆ। ਤਾਂ ਜਦੋਂ ਉਹ ਛੱਡ ਕੇ ਚਲੇ ਗਏ ਤਾਂ ਬੜਾ ਮਨ ਦੁਖੀ ਵੀ ਹੋਇਆ ਵੀ ਕੋਈ ਵੀ ਨਹੀਂ ਰਿਹਾ, ਮਤਲਬ ਪਿਤਾ ਜੀ ਵਰਗੇ 4 ਭਰਾ ਸੀ ਤੇ 4 ਭਰਾਵਾਂ 'ਚੋਂ ਅੱਜ ਕੋਈ ਵੀ ਜਿਉਂਦਾ ਨਹੀਂ ਹੈ
ਜਿਹੜਾ ਮਤਲਬ ਕਿ ਅਸੀਂ ਮੰਨ ਸਕੀ ਵੀ ਸਾਡਾ ਕੋਈ ਆਪਣਾ ਹੈ। ਭੂਆ ਜੀ ਸੀ ਉਹ ਵੀ ਚਲੇ ਗਏ। ਤਾਂ ਉਹਦੇ ਵਿੱਚ ਕੀ ਹੋਇਆ, ਮੇਰੇ ਤਾਇਆ ਜੀ ਦੀ ਵੀ ਡੈਥ ਹੋ ਚੁੱਕੀ ਸੀ ਮੇਰੀ ਮੈਰਿਜ ਵੇਲੇ। ਤਾਂ ਮੇਰਾ ਮਨ ਸੀ ਵੀ ਮੇਰੇ ਜਿਹੜਾ ਪਹਿਲਾ ਬਟਨਾ ਲੱਗੂਗਾ ਮੈਰਿਜ 'ਤੇ ਉਹ ਮੇਰੇ ਮਾਤਾ ਜੀ ਅਤੇ ਮੇਰੇ ਤਾਈ ਜੀ ਲਗਾਉਣਗੇ। ਤਾਂ ਇਹ ਰੀਤਾਂ ਚੇਂਜ ਕਰਨੀਆਂ, ਬਹੁਤ ਸਾਰੀਆਂ ਚੀਜ਼ਾਂ, ਇੱਥੋਂ ਤੱਕ ਕਿ ਮੈਰਿਜ 'ਚ ਕੀ ਇੱਕ ਥੋੜ੍ਹਾ ਹਾਸੀ ਵਾਲਾ ਸੀਨ ਹੋਇਆ ਵੀ ਜਦੋਂ ਮਾਮਾ ਮਾਮੀ ਜੀ ਮੇਰੇ ਸ਼ਗਨ ਕਰਕੇ ਹਟੇ, ਜਿੱਥੇ ਮੈਰਿਜ ਹੋ ਰਹੀ ਸੀ, ਵਿਆਹ ਵਾਲੇ ਦਿਨ ਦੀ ਗੱਲ ਹੈ। ਤਾਂ ਇੱਥੋਂ ਤੱਕ ਕਿ ਕੈਮਰਾਮੈਨ ਨੇ ਵੀ ਕਹਿਤਾ ਵੀ ਬਸ ਇੱਕ ਵਾਰ ਸ਼ਗਨ ਹੋ ਗਿਆ, ਹੁਣ ਵੀ ਮਾਤਾ ਜੀ ਵਰਗਿਆਂ ਨੂੰ ਰਹਿਣ ਦਿਓ। ਤਾਂ ਉੱਥੇ ਮੈਨੂੰ ਥੋੜ੍ਹੀ ਮੇਰੀ ਟੋਨ ਵੀ ਚੇਂਜ ਹੋਈ, ਕਿਉਂਕਿ ਸਾਡੇ ਅੰਦਰ ਕੀ ਚੱਲਦਾ, ਅਸੀਂ ਕੀ ਚਾਹੁੰਦੇ, ਉਹ ਸਾਹਮਣੇ ਵਾਲੇ ਨੂੰ ਖੈਰ ਨਹੀਂ ਪਤਾ ਹੁੰਦਾ, ਉਹਨਾਂ ਨੂੰ ਸੀ ਪਤਾ ਵੀ ਇਹਨਾਂ ਦਾ ਪਰਪਸ ਕੀ ਹੈ। ਤਾਂ ਉਹਨਾਂ ਨੂੰ ਕੀ ਕਰਿਆ, ਤਾਂ ਮਾਤਾ ਜੀ ਨੂੰ ਤੇ ਮੇਰੇ ਵੱਡੇ ਤਾਈ ਜੀ ਨੇ ਜਿਹੜੇ, ਉਹਨਾਂ ਨੂੰ ਅੱਗੇ ਲਿਆਂਦਾ ਤੇ ਉਹ ਸ਼ਗਨ ਕਰਾਏ, ਤੇ ਦਿਲ ਨੂੰ ਬੜੀ ਸ਼ਾਂਤੀ ਮਿਲੀ ਵੀ ਸ਼ਾਇਦ ਅਸੀਂ ਇੱਕ ਚੰਗੇ ਕੰਮ ਵੱਲ ਕਦਮ ਵਧਾ ਰਹੇ ਹਾਂ। ਬਹੁਤ ਸਾਰੀਆਂ ਪਰੇਸ਼ਾਨੀਆਂ ਤੁਹਾਡੇ ਮਦਰ ਨੇ ਬਚਪਨ ਦੇ ਵਿੱਚ ਤੁਹਾਡੇ ਝੱਲੀਆਂ ਹੋਣੀਆਂ, ਤੁਸੀਂ ਦੇਖਿਆ ਹੋਏਗਾ ਉਹਨਾਂ ਨੂੰ ਸਟਰਗਲ ਕਰਦੇ ਹੋਏ, ਹੈ ਨਾ। ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਸਾਡੇ ਸਮਾਜ ਨੂੰ ਨਾ ਕਿਤੇ ਕਿਤੇ ਬਦਲਣ ਦੀ ਜ਼ਰੂਰਤ ਹੈ, ਤੇ ਸ਼ੁਰੂਆਤ ਸਾਡੇ ਘਰ ਤੋਂ ਹੀ ਹੋਣੀ ਚਾਹੀਦੀ ਹੈ, ਕਿਉਂਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ਖਸੀਅਤਾਂ ਨੇ, ਹੈ ਨਾ, ਉਹਨਾਂ ਦੇ ਪਰਛਾਵੇਂ ਥੱਲੇ ਸਾਨੂੰ ਰਹਿਣਾ ਚਾਹੀਦਾ, ਕਿ ਜਿਨ੍ਹਾਂ ਨੇ ਸਿਰੜ ਦੇ ਨਾਲ, ਸਿਦਕ ਦੇ ਨਾਲ ਆਪਣੇ ਪਰਿਵਾਰਾਂ ਨੂੰ ਸੰਭਾਲਿਆ, ਪਤੀ ਦੀ ਅਣਹੋਂਦ ਦੇ ਵਿੱਚ ਵੀ, ਹੈ ਨਾ। ਪਰ ਅਸੀਂ ਉੱਥੇ ਵੀ ਬਹੁਤ ਸਾਰੇ ਜਿਹੜੇ ਵਹਿਮਾਂ ਭਰਮਾਂ ਦੇ ਵਿੱਚ ਫਸ ਜਾਂਦੇ ਹਾਂ। ਤਾਂ ਤੁਸੀਂ ਇੱਕ ਵਾਰ ਕਿਹਾ ਸੀ ਕਿ ਤੁਹਾਡੇ ਘਰੇ ਕੋਈ ਕੇਬਲ ਨਹੀਂ ਸੀ ਲਗਾਉਣਾ ਆਉਂਦਾ, ਕੋਈ ਡਿਸ਼ ਨਹੀਂ ਸੀ ਲਗਾਈ ਜਾਂਦੀ। ਹਾਂਜੀ, ਉਹਦਾ ਕਾਰਨ ਇਹ ਸੀਗਾ ਜੀ, ਜਿਵੇਂ ਅਸੀਂ ਛੋਟੇ ਛੋਟੇ ਹੁੰਦੇ ਆਪਾਂ ਬੱਚੇ ਹੁੰਦੇ ਹਾਂ ਤਾਂ ਆਪਣਾ ਦਿਲ ਕਰਦਾ ਵੀ ਉਹਨਾਂ ਦੇ ਘਰੇ ਟੀਵੀ ਲੱਗਿਆ, ਸਾਡੇ ਵੀ ਟੀਵੀ ਹੋਵੇ, ਉਹਨਾਂ ਦੇ ਘਰੇ ਕੇਬਲ ਲੱਗੀ ਹੋਈ ਹੈ ਜਾਂ ਡਿਸ਼ ਅਸੀਂ ਲਗਵਾਈਏ। ਤਾਂ ਮਾਤਾ ਜੀ ਸਾਨੂੰ ਇਹ ਕਹਿ ਦਿੰਦੇ ਸੀ ਵੀ ਬੇਟਾ ਵੀ ਦੇਖ ਲਓ ਵੀ ਮੈਨੂੰ ਤਾਂ ਨਹੀਂ ਲੱਗਦੀਆਂ ਇਹ ਚੀਜ਼ਾਂ ਠੀਕ, ਕੁੜੀਆਂ ਵਾਲੇ ਘਰੇ ਪਹਿਲਾਂ ਕੇਬਲ ਲੱਗੂ, ਫਿਰ ਕੇਬਲ ਵਾਲਾ ਭਾਈ ਆਊ। ਤਾਂ ਆਪਾਂ ਜਿਹੜੇ ਆਪਾਂ ਨੂੰ ਜਿੱਥੇ ਰੱਬ ਨੇ ਰੱਖਿਆ ਹੋਇਆ, ਜਾਂ ਆਪਾਂ ਜਿੱਥੇ ਜਿਉਂ ਰਹੇ ਹਾਂ, ਜਾਂ ਜਿਹੜਾ ਆਪਣਾ ਇੱਥੋਂ ਤੱਕ ਕਿ ਆਪਣਾ ਕੁੰਡਾ ਵੀ ਕੋਈ ਖੜਕਾਉਂਦਾ ਨਹੀਂ ਡਰਦਾ ਵੀ ਫਿਰ ਵੀ ਲੇਡੀਜ਼ ਵਾਲਾ ਘਰ ਆ, ਪਤਾ ਨਹੀਂ ਲੋਕ ਕੀ ਕਹਿਣਗੇ ਜੇ ਇਹਨਾਂ ਦਾ ਬਾਹਰ ਖੜਕਾਇਆ। ਮੋਟਰਸਾਈਕਲ ਤੱਕ ਬਾਹਰ 'ਚ ਕਿਸੇ ਦਾ ਨਹੀਂ ਖੜਦਾ ਹੋਣਾ। ਤਾਂ ਵੀ ਉਹ ਨਹੀਂ ਸੀ ਚਾਹੁੰਦੇ ਵੀ ਕੋਈ ਇੱਦਾਂ ਦੀ ਗੱਲ ਆ ਵੀ ਕੇਬਲ ਵਾਲੇ ਜਾਂ ਡਿਸ਼। ਪਹਿਲੀ ਗੱਲ ਤਾਂ ਕੁੜੀਆਂ ਵਾਲਾ ਘਰ ਇਹ ਟੀਵੀ ਡਿਸ਼ ਦੀ ਜ਼ਰੂਰਤ ਹੀ ਨਹੀਂ, ਗੱਲ ਹੀ ਇੱਥੇ ਮੁੱਕ ਗਈ। ਫਿਰ ਉਹ ਕਹਿੰਦੇ ਵੀ ਕੇਬਲ ਤਾਂ ਹੋ ਹੀ ਨਹੀਂ ਸਕਦਾ ਵੀ ਇਸ ਘਰੇ ਕਦੇ ਕੇਬਲ ਲੱਗੀ, ਤਾਂ ਅੱਜ ਤੱਕ ਕੇਬਲ ਲੱਗੀ ਵੀ ਨਹੀਂ ਜੀ। ਪਰ ਬਾਅਦ 'ਚ ਅਸੀਂ ਵੀ ਸਮਝ ਗਏ ਵੀ ਚਲੋ ਉਹਨਾਂ ਦਾ ਮਨ ਹੈ, ਉਹਨਾਂ ਨੂੰ ਇਹ ਚੀਜ਼ਾਂ ਨਹੀਂ ਪਸੰਦ ਤਾਂ ਜ਼ਰੂਰੀ ਥੋੜ੍ਹੀ ਹੈ। ਹੁਣ ਠੀਕ ਹੈ, ਡਿਸ਼ ਲੱਗੀ ਹੋਈ ਹੈ, ਟੀਵੀ ਹੈ ਉੱਥੇ, ਕੋਈ ਟੀਵੀ ਉੱਥੇ ਦੇਖਦੇ ਨਹੀਂ, ਮਦਰ ਨੇ ਉਹ ਵੀ ਨਹੀਂ ਟੀਵੀ ਦੇਖਦੇ। ਮੈਂ ਤਾਂ ਚਲੋ ਹੁਣ ਵਿਆਹੀ ਗਈ ਘਰ, ਉਹ ਇਕੱਲੇ ਨੇ ਹੁਣ, ਉਹਨਾਂ ਨੂੰ ਸ਼ੌਂਕ ਹੀ ਨਹੀਂ ਟੀਵੀ ਦੇਖਣ ਦਾ। ਸ਼ੌਂਕ ਵੀ ਮੈਨੂੰ ਲੱਗਦਾ ਜੀ ਤਾਂ ਹੀ ਚੰਗੇ ਲੱਗਦੇ ਨੇ ਜੇ ਆਪਾਂ ਦਿਲੋਂ ਖੁਸ਼ ਹੈ, ਆਪਣਾ ਜੀਵਨ ਠੀਕ ਚੱਲ ਰਿਹਾ। ਸ਼ੌਂਕ ਵੀ ਸਹੀ ਜੀਵਨ ਦੇ ਨਾਲ ਨਾਲ ਚੱਲਦੇ ਨੇ। ਬਿਲਕੁਲ। ਤੇ ਹੁਣ ਤੁਹਾਡਾ ਵਿਆਹ ਕਿੱਥੇ ਹੋਇਆ? ਵਿਆਹ ਮੇਰਾ ਪਟਿਆਲਾ ਹੋਇਆ ਜੀ। ਜੀ। ਤੇ ਹਸਬੈਂਡ ਤੁਹਾਡੇ? ਮੇਰੇ ਹਸਬੈਂਡ ਆਰਮੀ 'ਚ ਨੇ ਜੀ, ਹਿਸਾਰ ਪੋਸਟਿੰਗ ਹੈ ਜੀ ਉਹਨਾਂ 'ਚ। ਜੀ। ਤੇ ਹੁਣ ਤੁਸੀਂ ਕਦੇ ਦੁਬਾਰੇ ਕੋਸ਼ਿਸ਼ ਨਹੀਂ ਕੀਤੀ ਆਪਣੇ ਪਿਤਾ ਜੀ ਨੂੰ ਲੱਭਣ ਦੀ, ਜਾਂ ਉਹਨਾਂ ਬਾਰੇ ਕੋਈ ਤੁਹਾਨੂੰ ਕੋਈ ਸੂਹ ਮਿਲੇ ਕਿ ਉਹ ਹੈ ਕਿੱਥੇ ਨੇ, ਕੀ ਹੋਇਆ? ਅਸਲ ਦੇ ਵਿੱਚ ਜਦੋਂ ਜੀ ਮੈਂ BA ਕਰ ਰਹੀ ਸੀ ਜੀ MJD ਕਾਲਜ ਤਪਾ ਵਿਖੇ, ਤਾਂ ਉਦੋਂ ਪਹਿਲੀ ਗੱਲ ਤਾਂ ਸਾਡੇ ਕੋਈ ਇੱਥੋਂ ਤੱਕ ਕਿ ਪੱਤਰਕਾਰ ਖਬਰ ਤੱਕ ਨਹੀਂ ਸੀ ਛਾਪਦਾ ਜੀ। ਕੋਈ ਕਹਿੰਦੇ ਸੀ ਇਹ ਕੇਸ ਆ ਜਿਹੜਾ, ਇਹ ਕੇਸ ਨੂੰ ਅਸੀਂ ਹੱਥ ਨਹੀਂ ਪਾ ਸਕਦੇ। ਤਾਂ ਫਿਰ ਇੱਕ ਮੈਂ ਆਪਣੇ ਪ੍ਰਿੰਸੀਪਲ ਸਾਹਿਬ ਨਾਲ ਗੱਲ ਕੀਤੀ ਜੀ, ਮੈਂ ਕਿਹਾ ਵੀ ਜੀ ਉਹਨਾਂ ਨੂੰ ਸਾਰੀ ਘਟਨਾ ਦੱਸੀ। ਤਾਂ ਇੱਕ ਮਾਰਕੰਡਾ ਸਰ ਸੀਗੇ ਜੀ, ਤਪਾ ਮੰਡੀ ਦੇ ਨੇ ਉਹ, ਤਾਂ ਉਹਨਾਂ ਨੇ ਸਾਡੀ ਅਖਬਾਰ 'ਚ ਖਬਰ ਲਗਵਾਤੀ ਸੀ ਜੀ। ਅਖਬਾਰ 'ਚ ਖਬਰ ਲੱਗੀ, ਫਿਰ ਮੀਡੀਆ ਵਾਲੇ ਵੀ ਸਾਡੇ ਘਰ ਆਏ, ਤਾਂ ਖਬਰ ਕਾਫੀ ਟਾਈਮ ਚੈਨਲ 'ਤੇ ਚੱਲੀ ਵੀ। ਫਿਰ ਸਾਡੇ ਕੋਲ ਜੀ ਬਰਨਾਲਾ ਤੋਂ, ਮਤਲਬ ਬਰਨਾਲਾ ਪੁਲਿਸ ਸਟੇਸ਼ਨ ਤੋਂ ਕਾਲ ਆ ਗਈ ਸੀ ਵੀ ਉਹਨਾਂ ਦੀ ਅਸੀਂ ਇਨਕੁਆਇਰੀ ਸ਼ੁਰੂ ਕਰ ਰਹੇ ਹਾਂ। ਤਾਂ ਬਸ ਵੀ ਫਿਰ ਬਾਰ-ਬਾਰ ਜਾਂਦੇ ਸੀ ਜੀ, ਬਸ ਹੋਣਾ ਕੀ ਸੀ, ਕੁਛ ਵੀ ਨਹੀਂ ਹੋਇਆ, ਬਸ ਇਹ ਕਹਿੰਦੇ ਸੀ ਇਨਕੁਆਇਰੀ ਸ਼ੁਰੂ ਕੀਤੀ ਹੋਈ ਆ। ਤਾਂ ਬਾਅਦ 'ਚ ਪੁੱਛਿਆ ਵੀ ਕੀ ਹੋਇਆ ਜੀ, ਇਨਕੁਆਇਰੀ ਹੋ ਗਈ ਜੀ ਪੂਰੀ, ਕੁਛ ਪਤਾ ਨਹੀਂ ਚੱਲਿਆ। ਇੱਥੋਂ ਤੱਕ ਕਿ ਡੈਥ ਸਰਟੀਫਿਕੇਟ ਤੱਕ ਮੇਰੇ ਫਾਦਰ ਦਾ ਹਜੇ ਤੱਕ ਨਹੀਂ ਜੀ ਬਣਿਆ, ਕਿਉਂਕਿ ਉਹ ਜਿਨ੍ਹਾਂ ਕੋਲ ਅਸੀਂ ਸਰਟੀਫਿਕੇਟ ਬਣਵਾਉਣ ਜਾਂਦੇ ਹਾਂ ਉਹ ਕਹਿੰਦੇ ਤੁਸੀਂ ਪ੍ਰੂਫ ਦਿਓ ਵੀ ਡੈਥ ਗਈ। ਅਸੀਂ ਜਿਨ੍ਹਾਂ ਕੋਲੋਂ ਪ੍ਰੂਫ ਮੰਗਣ ਜਾਂਦੇ ਹਾਂ ਉਹ ਕਹਿੰਦੇ ਇਨਕੁਆਇਰੀ ਪੂਰੀ ਹੋ ਗਈ, ਸਾਨੂੰ ਤਾਂ ਪਤਾ ਹੀ ਨਹੀਂ ਕਿੱਥੇ ਹੈ। ਕੋਈ ਡੈਥ ਸਰਟੀਫਿਕੇਟ ਨਹੀਂ? ਕੋਈ ਡੈਥ ਸਰਟੀਫਿਕੇਟ ਨਹੀਂ ਜੀ। ਮਤਲਬ ਕਿ ਕੁਛ ਇੱਦਾਂ ਦਾ ਨਹੀਂ ਵੀ ਚਲੋ ਕੁਛ, ਜਾਂ ਇੱਦਾਂ ਹੀ ਕਹਿ ਦੇਣ ਵੀ ਉਹਨਾਂ ਦੀ ਕੋਈ ਇਨਕੁਆਇਰੀ ਪੂਰੀ ਹੋ ਚੁੱਕੀ ਹੈ, ਇਹਨਾਂ ਦੀ ਕੋਈ ਖਬਰ ਨਹੀਂ ਹੈ। ਇੱਥੋਂ ਤੱਕ ਕਿ ਮਾਹੌਲ ਇੱਦਾਂ ਦਾ ਸੀ ਜੀ, ਮੇਰੇ ਮਾਤਾ ਜੀ ਇਹਨਾਂ ਚੀਜ਼ਾਂ ਤੋਂ ਡਰਦੇ ਸੀ, ਜਿਵੇਂ ਉਹ ਇਹ ਚੀਜ਼ ਤੋਂ ਡਰਦੇ ਸੀ ਵੀ ਕਿਤੇ ਦੁਬਾਰਾ ਕੋਈ ਇੱਦਾਂ ਦਾ ਮਾਹੌਲ ਨਾ ਹੋ ਜੇ, ਕਿਉਂਕਿ ਉਹਨਾਂ ਨੇ ਜਿਹੜਾ ਉਹ ਸਮਾਂ ਗੁਜ਼ਾਰਿਆ ਉਹ ਬੜਾ ਹੀ ਸਹਿਮ ਤੇ ਡਰ 'ਚ, ਬਹੁਤ ਜ਼ਿਆਦਾ ਖੌਫਨਾਕ। ਉਹ ਦੱਸਦੇ ਸੀ, ਕਹਿੰਦੇ ਨਾ ਪੁਲਿਸ ਆਉਂਦੀ ਪਿੰਡ 'ਚ, ਜਦੋਂ ਤੇਰੇ ਪਾਪਾ ਨੂੰ ਪੁਲਿਸ ਲੈ ਗਈ, ਤਾਂ ਜਦੋਂ ਪਿੰਡ 'ਚ ਪੁਲਿਸ ਆਉਂਦੀ ਨਾ, ਕਹਿੰਦੇ ਤੁਸੀਂ ਉਦੋਂ ਛੋਟੀਆਂ ਸੀ, ਕੁਝ ਕੁ ਦਿਨਾਂ ਦੀਆਂ ਸੀਗੀਆਂ, ਅੱਗੇ ਪੁਲਿਸ ਆਉਂਦੀ ਰਹਿੰਦੀ ਵਾਰ-ਵਾਰ। ਕਹਿੰਦੇ ਅਸੀਂ ਤਖਤਿਆਂ ਨਾਲ, ਕੰਧਾਂ ਨਾਲ ਕੰਨ ਲਾਈ ਰੱਖਦੇ ਰਾਤ ਦੇ 1:30 ਵਜੇ ਕਿ ਵੀ ਇੱਧਰ ਆਪਣੇ ਘਰ ਕੋਈ ਦੁਬਾਰਾ ਤਾਂ ਨਹੀਂ ਆ ਰਿਹਾ।
ਕਿਉਂਕਿ ਲੋਕ ਉਦੋਂ ਕੁਝ ਡਰਾ ਦਿੰਦੇ ਸੀ ਵੀ ਇਹ ਆ ਜਾਣਗੇ, ਪੁਲਿਸ ਵਾਲੇ ਆ ਜਾਣਗੇ, ਸਾਰਿਆਂ ਨੂੰ ਫੜ ਕੇ ਲੈ ਜਾਣਗੇ, ਖਾੜਕੂ ਆ ਜਾਣਗੇ, ਇਹ ਹੋ ਜੂ, ਮਤਲਬ ਉਦੋਂ ਮਾਹੌਲ ਹੀ ਇਦਾਂ ਦਾ ਸੀਗਾ ਜੀ। ਤੁਹਾਡੇ ਪਰਿਵਾਰ ਦੇ ਵਿੱਚੋਂ ਤੁਹਾਡੇ ਪਿਤਾ ਜੀ ਨੂੰ ਲੈ ਕੇ ਗਏ ਤਾਂ ਉਸ ਵੇਲੇ ਤੁਸੀਂ ਕਿਹਾ ਕਿ ਪੰਚਾਇਤਾਂ ਵੀ ਗਈਆਂ, ਉਸ ਵੇਲੇ ਕੀ ਕਿਹਾ ਉਹਨਾਂ ਨੇ ਕਿ ਕਿੱਥੇ ਨਹੀਂ ਹੋ ਜਾਂ ਕੀ ਕੀਤਾ ਉਹਨਾਂ ਹਾਂਜੀ, ਦਾ? ਜਦੋਂ ਉਹਨਾਂ ਨੂੰ ਪਹਿਲੀ ਵਾਰ ਲੈ ਕੇ ਗਏ ਜੀ, ਮੇਰੇ ਦਾਦਾ ਜੀ ਗਏ ਵੀ ਇਦਾਂ ਕਰਕੇ ਵੀ ਤੁਸੀਂ ਸਾਡੇ ਮੁੰਡੇ ਨੂੰ ਲੈ ਆਏ, ਵੀ ਉਹਦਾ ਕੋਈ ਕਸੂਰ ਨਹੀਂ ਹੈ, ਉਹ ਇਦਾਂ ਦਾ ਹੈ ਹੀ ਨਹੀਂ। ਉਮਰ ਮੇਰੇ ਪਿਤਾ ਜੀ ਮਸਾਂ 27-28 ਸਾਲ ਦੀ ਉਮਰ ਸੀ ਜੀ ਉਦੋਂ, ਜਦੋਂ ਉਹਨਾਂ ਨੂੰ ਲੈ ਕੇ ਗਏ ਨੇ। ਤਾਂ ਉਹ ਕਹਿੰਦੇ ਵੀ ਪੰਚਾਇਤ ਲਿਆਓ ਪਿੰਡ ਦੀ ਤੇ 20,000 ਰੁਪਈਆ ਲੈ ਕੇ ਆ ਜਿਓ। ਜਦੋਂ ਨੂੰ ਮਤਲਬ ਕਿ ਉਹ ਸਾਰੀ ਜਿਵੇਂ ਉਹਨਾਂ ਨੇ ਕਿਹਾ ਸੀ ਉਵੇਂ ਸਾਰਾ ਮਤਲਬ ਕਿ ਪ੍ਰਬੰਧ ਕਰਕੇ ਉੱਥੇ ਪਹੁੰਚੇ ਤਾਂ ਉਹ ਸਾਫ਼ ਮੁੱਕ ਰਹੀ, ਕਹਿੰਦੇ ਅਸੀਂ ਤਾਂ ਤੁਹਾਡਾ ਬੰਦਾ ਨਹੀਂ ਲੈ ਕੇ ਆਏ। ਫਿਰ ਕਦੇ ਕਹਿੰਦੇ ਨੇ ਅੰਮ੍ਰਿਤਸਰ ਭੇਜਤਾ, ਅੰਮ੍ਰਿਤਸਰ ਵਾਲਿਆਂ ਕੋਲ ਗਏ, ਉਹ ਕਹਿੰਦੇ ਦਿੱਲੀ ਭੇਜਤਾ, ਕੋਈ ਖਬਰ ਨਹੀਂ। ਬਸ ਉਹਨਾਂ ਨੇ ਮਤਲਬ ਕਿ ਇਦਾਂ ਚੱਕਰਾਂ 'ਚ ਪਾਈ ਰੱਖਿਆ ਜੀ, ਸਾਨੂੰ ਅੱਜ ਤੱਕ ਕੋਈ ਪਤਾ ਲੱਗੇ ਨਹੀਂ। ਬਸ ਥੱਕ ਹਾਰ ਕੇ ਬਹਿ ਗਏ ਜੀ। ਤੁਹਾਨੂੰ ਪਤਾ ਹੈ ਉਦੋਂ ਥਾਣੇ ਦਰਬਾਰੇ ਜਾਂਦੇ ਸੀ, ਇੱਥੋਂ ਤੱਕ ਕਿ ਕਈ ਵਾਰ ਦਾਦਾ ਜੀ ਨੂੰ ਵੀ ਕੁੱਟਣ ਪੈਂਦੇ ਸੀ ਪੁਲਿਸ ਵਾਲੇ, ਵੀ ਤੁਸੀਂ ਨਿੱਤ ਆ ਜਾਂਦੇ ਹੋ ਇੱਥੇ ਤੁਹਾਡਾ ਕੀ ਰੱਖਿਆ, ਇਦਾਂ ਬੋਲਦੇ ਸੀ ਜੀ। ਡਾਕਟਰ ਦਲੀਪ ਕੌਰ ਟਿਵਾਣਾ ਇੱਕ ਲੇਖ ਦੇ ਵਿੱਚ ਲਿਖਦੇ ਨੇ, ਉਹ ਕਹਿੰਦੇ ਕਿ ਉਹ ਦੌਰ ਹੀ ਇਸ ਤਰ੍ਹਾਂ ਦਾ ਸੀ ਕਿ ਜਿਉਂਦਾ ਸਿੱਖ ਲੱਖ ਦਾ ਤੇ ਮਰਿਆ 1.25 ਲੱਖ ਦਾ ਮੰਨਿਆ ਜਾਂਦਾ ਸੀ। ਬਿਲਕੁਲ ਜੀ। ਤੇ ਬਹੁਤ ਖੌਫਨਾਕ ਮੰਜ਼ਰ ਜਿਹੜਾ ਹੈ ਉਹ ਪੰਜਾਬ ਨੇ ਉਸ ਦੌਰ ਦੇ ਵਿੱਚ ਹੰਢਾਇਆ। ਤੇ ਕੀ ਉਸ ਵੇਲੇ ਜਾਂ ਹੁਣ ਤੱਕ ਕਿਸੇ ਨੇਤਾ ਨੇ, ਕਿਸੇ ਲੀਡਰ ਨੇ, ਕਿਸੇ ਸੰਸਥਾ ਨੇ ਜਾਂ ਕਿਸੇ NGO ਨੇ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਮਾਲੀ ਜਾਂ ਉਹਨਾਂ ਨੂੰ ਲੱਭਣ ਦੇ ਵਿੱਚ ਕਦੇ ਕੋਈ ਮਦਦ ਕੀਤੀ? ਦੇਖੋ ਜੀ, ਜਿਵੇਂ ਜਿਵੇਂ ਆਪਾਂ ਕਹਿੰਦੇ ਵੀ ਬੱਚੇ ਵੱਡੇ ਹੁੰਦੇ ਨੇ ਤਾਂ ਉਹਨਾਂ ਨੂੰ ਹੌਲੀ ਹੌਲੀ ਸਮਾਜ ਦੀ ਸਮਝ ਆਉਂਦੀ ਹੈ, ਘਰ ਦੀਆਂ ਸਾਰੀਆਂ ਗੱਲਾਂ ਦਾ, ਆਰਥਿਕ ਸਥਿਤੀ ਦਾ ਜਾਂ ਸਮਾਜਿਕ ਸਥਿਤੀ ਸਾਡੇ ਪ੍ਰਤੀ ਕੀ ਆ ਉਹਦਾ ਪਤਾ ਲੱਗਦਾ ਹੈ, ਤਾਂ ਆਪਾਂ ਟਰਾਈ ਕਰਦੇ ਹਾਂ। ਤਾਂ ਕਈ ਵਾਰ ਅਸੀਂ ਮਤਲਬ ਸਮੇਂ ਦੀਆਂ ਸਰਕਾਰਾਂ ਨੂੰ ਬਹੁਤ ਵਾਰ ਚਿੱਠੀਆਂ ਲਿਖੀਆਂ ਵੀ ਇਹ ਘਟਨਾ ਹੋਈ ਆ, ਸਾਡਾ ਬੰਦਾ ਸਾਨੂੰ ਪਤਾ ਨਹੀਂ ਲੱਗ ਰਿਹਾ, ਸਾਡੀ ਸਹਾਇਤਾ ਕੀਤੀ ਜਾਵੇ ਵੀ ਉਹ ਕਿੱਥੇ ਆ, ਕਿਵੇਂ ਆ। ਪਰ ਸਾਡੀ ਅੱਜ ਤੱਕ ਕੋਈ ਸਹਾਇਤਾ ਨਹੀਂ ਹੋਈ ਜੀ। ਇੱਕ NGO ਵੱਲੋਂ ਸੀ ਜੀ, ਸਹਿਜੜਾ ਤੋਂ ਸੀ, ਤਾਂ ਥੋੜ੍ਹੇ ਸਮੇਂ ਲਈ ਮਤਲਬ ਕੁਝ ਕੁ ਮੰਥਸ ਲਈ ਮਦਰ ਦੀ ਮਤਲਬ ਕਿ ਪੈਨਸ਼ਨ ਲੱਗੀ ਸੀ ਜੀ। ਜੋ ਸੱਚਾਈ ਹੈ ਉਹ ਸੱਚਾਈ ਹੈ, ਤਾਂ ਮਦਰ ਦੀ ਪੈਨਸ਼ਨ ਲੱਗੀ ਸੀ। ਤਾਂ ਇਹ ਤੋਂ ਬਾਅਦ ਬਸ ਉਹ ਵੀ ਬੰਦ ਹੋ ਗਿਆ ਜੀ। ਪਰ ਜੋ ਸਾਡਾ ਆਪਸੀ ਰਿਹਾ ਵੀ ਉਹ ਮੇਰਾ ਮੰਨਣਾ ਇਹ ਆ ਪਰਸਨਲ, ਹੋਰ ਤਾਂ ਚਲੋ ਅਲੱਗ-ਅਲੱਗ ਚੀਜ਼ਾਂ ਹੁੰਦੀਆਂ ਵੀ ਆਪਾਂ ਕਹੀਏ ਵੀ ਸਰਕਾਰ ਸਾਡੀ ਸਹਾਇਤਾ ਕਰਦੀ ਜਾਂ ਸਰਕਾਰ ਸਾਨੂੰ ਆਰਥਿਕ ਤੌਰ 'ਤੇ ਸਾਡੀ ਸਹਾਇਤਾ ਕਰਦੀ। ਦੇਖੋ ਜੀ, ਆਰਥਿਕ ਤੌਰ 'ਤੇ ਮੇਰਾ ਮੰਨਣਾ ਹੈ ਵੀ ਸਹਾਇਤਾ ਕਰਨ ਦਾ ਸਮਾਂ ਉਦੋਂ ਸੀ ਜਦੋਂ ਮੇਰੀ ਮਾਤਾ ਨੇ 3 ਬੇਟੀਆਂ ਨੂੰ ਕਿਵੇਂ ਪਾਲਿਆ, ਕਿੱਦਾਂ ਦੇ ਮਾਹੌਲ 'ਚ ਪਾਲਿਆ, ਬਾਹਰ ਤੱਕ ਨਹੀਂ ਨਿਕਲਣਾ, ਘਰ ਤੋਂ ਬਾਹਰ ਤੱਕ ਵੀ ਬੜਾ ਮਤਲਬ ਉਹ ਆਪ ਹੀ ਇਦਾਂ ਦੇ ਨੇਚਰ ਦੇ ਬਣ ਗਏ, ਆਪਣੇ ਆਪ ਨੂੰ ਬਚਾਉਂਦੇ ਵੀ ਲੋਕ ਕੀ ਕਹਿਣਗੇ। ਉਦੋਂ ਸਮਾਂ ਸੀ ਵੀ ਜਦੋਂ ਸਾਡੀ ਸਟੱਡੀ 'ਚ ਹੈਲਪ ਹੋ ਸਕਦੀ ਸੀ, ਠੀਕ ਹੈ, ਜਾਂ ਅਸੀਂ ਹੋਰ ਵਧੀਆ ਸਟੱਡੀ ਕਰਕੇ ਹੋਰ ਚੰਗੇ ਤਰੀਕੇ ਨਾਲ ਅੱਗੇ ਵੱਧ ਸਕਦੇ, ਉਦੋਂ ਜ਼ਰੂਰਤ ਸੀ। ਪਰ ਜੇ ਅੱਜ ਦੇ ਸਮੇਂ 'ਚ ਅਸੀਂ ਕਹੀਏ ਸਾਨੂੰ ਜੇ ਜ਼ਰੂਰਤ ਜੇ ਕੋਈ ਮੰਨੇ ਵੀ ਕੀ ਹੋ ਸਕਦੀ ਹੈ, ਬਸ ਸਾਨੂੰ ਉਹ ਸਵਾਲਾਂ ਦੇ ਜਵਾਬ ਚਾਹੀਦੇ ਆ ਵੀ ਉਹ ਕਿੱਥੇ ਨੇ, ਉਹਨਾਂ ਨਾਲ ਕੀ ਹੋਇਆ। ਇਹ ਤੋਂ ਵੱਧ ਸਾਡੀ ਕੋਈ ਮੰਗ ਹੀ ਨਹੀਂ। ਜੀਵਨ ਲੰਘ ਗਿਆ, ਮਾਤਾ ਜੀ 50 ਤੋਂ ਉੱਪਰ ਹੋ ਚੁੱਕੇ ਨੇ, ਮੇਰੀ ਉਮਰ 29 ਸਾਲ ਹੈ, ਵੱਡੇ ਸਿਸਟਰ ਨੇ ਉਹ 32 ਸਾਲ ਦੇ ਨੇ, ਸਾਰੇ ਆਪਣੇ ਜੀਵਨ ਦੇ ਵਿੱਚ ਖੁਸ਼ ਨੇ, ਠੀਕ ਚੱਲ ਰਿਹਾ। ਮਤਲਬ ਕਿ ਕਹਿਣ ਦਾ ਭਾਵ ਪੈਸਾ ਵੀ ਸਭ ਕੁਝ ਨਹੀਂ ਹੁੰਦਾ, ਪੈਸੇ ਦੇ ਨਾਲ ਜਾਂ ਅਸੀਂ ਸਰਕਾਰ ਬੰਦੇ ਦੀ ਕਮੀ ਕਦੇ ਪੂਰੀ ਨਹੀਂ ਹੁੰਦੀ, ਜਾਂ ਅਸੀਂ ਮੰਨ ਲਓ ਜੇ ਕੋਈ ਹੈਲਪ ਹੋ ਵੀ ਜਾਂਦੀ ਹੈ ਤਾਂ ਅਸੀਂ ਉਹ ਹੈਲਪ ਲੈ ਲਾਂਗੇ। ਉਹ ਹੈਲਪ ਲੈ ਕੇ ਅਸੀਂ ਸਾਰੀ ਉਮਰ ਲਈ ਜੋ ਦਿਲ ਦੇ ਵਿੱਚ ਮਤਲਬ ਕਿ ਕੰਡਾ ਚੁੱਭਦਾ ਨਾ, ਉਹਨੂੰ ਅਸੀਂ ਹੋਰ ਹਰਾ ਨਹੀਂ ਰੱਖਣਾ ਚਾਹੁੰਦੇ ਵੀ ਜੇ ਸਾਡੀ ਹੈਲਪ ਹੋਈ ਹੈ ਤਾਂ ਇਹ ਉਹ ਚੀਜ਼ ਲਈ ਹੋਈ ਆ। ਚਾਹੀਦਾ ਤਾਂ ਸਾਨੂੰ ਉਹਨਾਂ ਸਵਾਲਾਂ ਦੇ ਜਵਾਬ ਚਾਹੀਦੇ ਆ ਜੇ ਹੈਲਪ ਹੋ ਸਕਦੀ ਹੈ ਕਿਸੇ ਪੈਸੇ ਦੀ ਜਾਂ ਆਰਥਿਕ ਸਥਿਤੀ ਦੀ। ਹਾਂ, ਕੋਈ ਸਮਾਂ ਸੀ ਜਦੋਂ ਜ਼ਰੂਰਤ ਸੀ, ਪਰ ਅੱਜ ਦੇ ਸਮੇਂ 'ਚ ਸਾਨੂੰ ਕੋਈ ਜ਼ਰੂਰਤ ਨਹੀਂ ਤੇ ਅਸੀਂ ਚਾਹਾਂਗੇ ਵੀ ਨਹੀਂ ਉਹ ਚੀਜ਼ ਹੋਵੇ। ਤੁਹਾਡੇ 3 ਭੈਣਾਂ ਦੇ ਵਿਆਹ ਹੋ ਚੁੱਕੇ ਨੇ? 2 ਸਿਸਟਰ ਦੀ ਮੇਰੀ ਮੈਰਿਜ ਹੋ ਚੁੱਕੀ ਆ, ਵੱਡੇ ਦੀਦੀ ਮੈਰਿਡ ਨੇ, ਤੇ ਜੋ ਮੇਰੇ ਨਾਲ ਦੇ ਜੁੜਵਾ ਸਿਸਟਰ ਨੇ ਜੀ ਉਹ ਮੇਰੇ ਤਾਇਆ ਜੀ ਨੇ ਅਡੋਪਟ ਕੀਤੇ ਹੋਏ ਨੇ ਜੀ। ਕਿਉਂਕਿ ਤਾਇਆ ਜੀ ਦੇ 19 ਸਾਲ ਕੋਈ ਉਹਨਾਂ ਦੇ ਪਰਿਵਾਰ 'ਚ ਬੱਚਾ ਨਹੀਂ ਸੀ ਹੋਇਆ, ਉਹਨਾਂ ਨੇ ਉਹਨਾਂ ਨੂੰ ਅਡੋਪਟ ਕਰ ਲਿਆ ਸੀ ਜੀ। ਪਰ ਫਿਰ ਉਹਨਾਂ ਦੇ 19 ਸਾਲਾਂ ਬਾਅਦ ਬੇਟਾ ਹੋ ਗਿਆ ਜੀ, ਮਤਲਬ ਉਹਦੇ ਗੋਦ ਲਈ ਬਾਅਦ ਬੇਟਾ ਹੋਇਆ ਜੀ। ਹੁਣ ਉਹ ਦੋਨੋਂ ਭੈਣ ਭਰਾ ਨੇ ਜੀ, ਉੱਧਰ ਉਹ ਅਨਮੈਰਿਡ ਨੇ ਜੀ। ਖਾਸ ਕਰਕੇ ਕੁੜੀਆਂ ਦੀ ਨਾ ਪਿਓ ਨਾਲ ਭਾਵਨਾਤਮਕ ਸਾਂਝ ਜ਼ਿਆਦਾ ਹੁੰਦੀ ਹੈ, ਹਨਾ। ਅਸੀਂ ਕਹਿ ਦਿੰਦੇ ਆ ਵੀ ਜਿਹੜੇ ਮੁੰਡੇ ਨੇ ਮਾਵਾਂ ਦੇ ਦਿਲ ਦੇ ਕਰੀਬ ਹੁੰਦੇ ਆ, ਕੁੜੀਆਂ ਦੀ ਪਿਓ ਨਾਲ ਸਾਂਝ ਜ਼ਿਆਦਾ ਹੁੰਦੀ ਹੈ, ਹਨਾ। ਹਰ ਧੀ ਦੇ ਮਨ ਦੇ ਵਿੱਚ ਹੁੰਦਾ ਕਿ ਜਦੋਂ ਮੇਰਾ ਕਿਤੇ ਵਰ ਲੱਭਿਆ ਜਾਏ, ਮੇਰਾ ਕਿਤੇ ਰਿਸ਼ਤਾ ਹੋਏ, ਹੈ ਨਾ, ਤਾਂ ਪਿਓ ਜੇ ਨਾਲ ਹੋਏ, ਹੈ ਨਾ। ਕਿਤੇ ਨਾ ਕਿਤੇ ਨਾ ਇਹ ਬਿਲਕੁਲ ਸਹੀ ਗੱਲ ਹੈ ਕਿ ਅਸੀਂ ਇਹ ਸੋਚਦੇ ਹਾਂ ਕਿ ਸਾਡਾ ਜਿਹੜਾ ਜੀਵਨ ਸਾਥੀ ਹੈ ਨਾ ਉਹ 'ਚ ਸਾਡੇ ਪਿਓ ਦੀ ਝਲਕ ਹੋਵੇ, ਸਾਡੇ ਪਿਓ ਵਰਗਾ ਹੋਵੇ,
ਨਾ, ਤੁਸੀਂ ਆਪਣੇ ਪਿਓ ਨੂੰ ਕਦੇ ਵੇਖਿਆ ਨਹੀਂ, ਪਰ ਜਿਸ ਵੇਲੇ ਤੁਹਾਡਾ ਰਿਸ਼ਤਾ ਹੋਇਆ ਉਸ ਵੇਲੇ ਮਹਿਸੂਸ ਹੋਇਆ? ਬਹੁਤ ਹੀ ਜ਼ਿਆਦਾ ਮਹਿਸੂਸ ਹੋਇਆ ਜੀ। ਮਤਲਬ ਕਿ ਇਹਨਾਂ ਘਟਨਾਵਾਂ 'ਚੋਂ ਗੁਜ਼ਰਦੇ ਗੁਜ਼ਰਦੇ, ਉਸ ਦਰਦ ਨਾਲ ਗੁਜ਼ਰਦੇ ਗੁਜ਼ਰਦੇ ਅੰਦਰੋਂ ਇੰਨਾ ਜ਼ਿਆਦਾ ਪੱਕ ਚੁੱਕੇ ਆ ਕਿ ਹੁਣ ਤਾਂ ਅੱਖ 'ਚੋਂ ਇੰਝ ਵੀ ਨਹੀਂ ਡਿੱਗਦੀ। ਕੋਈ ਸਮਾਂ ਸੀ, ਇੱਕ ਤੁਹਾਡੇ ਨਾਲ ਛੋਟਾ ਜਿਹਾ ਵਾਕਿਆ ਸ਼ੇਅਰ ਕਰ ਰਹੀ ਹਾਂ। ਮੈਂ ਛੋਟੀ ਜਿਹੀ ਹੁੰਦੀ ਸੀ, ਪ੍ਰਮਾਤਮਾ 'ਚ ਮੈਂ ਬੜਾ ਵਿਸ਼ਵਾਸ ਰੱਖਦੀ ਹਾਂ। ਛੋਟੀ ਹੁੰਦੀ ਹੀ ਮੈਂ ਮਤਲਬ ਕਿ ਬੜਾ ਸੁਬਾਹ ਨਹਾ ਧੋ ਕੇ ਪਾਠ ਪੂਜਾ ਕਰਦੀ, ਬੜਾ ਇੰਨਾ ਧਿਆਨ ਸੀ ਰੱਬ 'ਚ। ਪਰ ਇੱਕ ਦਿਨ ਮੇਰੇ ਮਨ 'ਚ ਇਹ ਚੀਜ਼ ਆਈ ਵੀ ਮੈਂ ਪ੍ਰਮਾਤਮਾ ਦੇ ਨਾਮ ਦਾ ਇੰਨੇ ਵਾਰ ਜਾਪ ਕਰੂੰਗੀ ਤਾਂ ਇੱਕ ਚਮਤਕਾਰ ਹੋਊਗਾ। ਚਮਤਕਾਰ ਇਹ ਹੋਊਗਾ ਵੀ ਮੇਰੇ ਪਿਤਾ ਜੀ ਘਰ ਆਉਣਗੇ। ਮਤਲਬ ਕਿ ਉਦੋਂ ਦਾ ਇਹ ਮੰਨ ਲਓ ਵੀ ਹਜੇ ਉਹਨਾਂ ਨੂੰ ਗਿਆ ਨੂੰ 8-10 ਸਾਲ ਹੀ ਹੋਏ ਸੀ। ਹੁਣ ਤਾਂ ਚਲੋ ਹੋ ਚੁੱਕੇ ਨੇ 29 ਸਾਲ, 8-10 ਸਾਲਾਂ ਦੀ ਗੱਲ ਹੈ ਵੀ ਉਦੋਂ ਛੋਟੇ ਛੋਟੇ ਹੁੰਦੇ, 8-9 ਸਾਲ ਦਾ ਬੱਚਾ ਕੀ ਸੋਚ ਸਕਦਾ ਵੀ ਇੱਕ ਚਮਤਕਾਰ ਚਾਹੀਦਾ। ਤਾਂ ਮੈਂ ਸੁਬਾਹ ਤੋਂ ਸ਼ਾਮ ਤੱਕ ਬਸ ਪਾਠ ਕਰੀ ਗਈ, ਜਾਪ ਕਰੀ ਗਈ। ਮੈਨੂੰ ਇਹ ਸੀ ਵੀ ਸ਼ਾਮ ਤੱਕ ਕੋਈ ਚਮਤਕਾਰ ਹੋਊਗਾ, ਪਰ ਕੋਈ ਚਮਤਕਾਰ ਨਹੀਂ ਹੋਇਆ। ਤਾਂ ਫਿਰ ਹੌਲੀ ਹੌਲੀ ਮਨ ਨੂੰ ਸਮਝਾਇਆ ਵੀ ਇੱਦਾਂ ਚਮਤਕਾਰ ਨਹੀਂ ਹੁੰਦੇ। ਜੇ ਇੱਦਾਂ ਚਮਤਕਾਰ ਹੋਣ ਲੱਗ ਜਾਣ ਤਾਂ ਹਰ ਇੱਕ ਮਰਿਆ ਹੋਇਆ ਬੰਦਾ, ਹਰੇਕ ਪਰਿਵਾਰ ਦੇ ਮੈਂਬਰ, ਹਰੇਕ ਨੂੰ ਆਪਦਾ ਬੰਦਾ ਪਿਆਰਾ ਹੁੰਦਾ ਜੀ। ਹਰੇਕ ਹੀ ਜਿਉਂਦਾ ਕਰ ਲੇ ਇੱਦਾਂ ਦਾ, ਮਰਿਆ ਹੋਇਆ ਜਿਉਂਦਾ ਹੋ ਜੇ, ਗਮਾਚਿਆ ਹੋਇਆ ਲੱਭ ਜੇ। ਪਰ ਉਹ ਚੀਜ਼ਾਂ ਜ਼ਰੂਰੀ ਨਹੀਂ ਹੁੰਦੀਆਂ ਵੀ ਜੀਵਨ 'ਚ ਹੋਣ। ਪਰ ਜਦੋਂ ਕਿਸੇ ਪਰਿਵਾਰ ਦੇ ਵਿੱਚੋਂ ਕੋਈ ਗੁਜ਼ਰ ਜਾਂਦਾ ਹੈ ਨਾ, ਉਹ ਇੱਕ ਵੱਖਰੀ ਗੱਲ ਹੁੰਦੀ ਹੈ, ਅਸੀਂ ਕਿਤੇ ਨਾ ਕਿਤੇ ਸਬਰ ਕਰ ਲੈਂਦੇ ਹਾਂ ਹੈ ਨਾ। ਪਰ ਕਿਸੇ ਦਾ ਕੋਈ ਹੈ ਕਿ ਨਹੀਂ ਹੈ, ਜਾਂ ਜੇ ਹੈ ਤਾਂ ਕਿੱਥੇ ਹੈ, ਜਾਂ ਨਹੀਂ ਹੈ ਤਾਂ ਉਹਦੇ ਨਾਲ ਕੀ ਹੋਇਆ ਹੈ ਨਾ। ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਇਹ ਸਵਾਲ ਤਾਂ ਸਾਨੂੰ ਬਹੁਤ ਪਰੇਸ਼ਾਨ ਕਰਦੇ ਨੇ। ਅਤੇ ਜਿਵੇਂ ਤੁਸੀਂ ਵੱਡੇ ਹੋਏ, ਪੜ੍ਹਾਈਆਂ ਦਾ ਖਰਚਾ ਕਿਵੇਂ ਹੋਇਆ ਪ੍ਰਬੰਧ ਇਹ ਸਾਰਾ? ਪੜ੍ਹਾਈ ਦਾ ਦੇਖੋ ਜੀ, ਖਰਚਾ ਇਹ ਸੀਗਾ ਵੀ ਮੈਂ BA ਤੱਕ, ਜਦੋਂ ਮੈਂ 10th ਪਾਸ ਕਰੀ, ਇਹ ਤੋਂ ਬਾਅਦ +1 ਤੋਂ ਮੈਂ MGD ਕਾਲਜ 'ਚ ਦਾਖਲਾ ਲਿਆ ਜੀ। ਤਾਂ ਉੱਥੇ ਮੈਂ +2 ਤੱਕ ਸਟੱਡੀ ਕਰੀ। +2 ਦੇ ਨਾਲ ਮੈਂ ਟਿਊਸ਼ਨ ਸ਼ੁਰੂ ਕਰਤੀ ਸੀ ਜੀ। +2 ਨਾਲ ਟਿਊਸ਼ਨ ਸ਼ੁਰੂ ਕੀਤੀ ਤਾਂ ਮੈਂ BA ਕੀਤੀ। ਤਾਂ B.Ed ਦਾ ਖਰਚਾ ਸੀ ਜਿਹੜਾ ਤੁਹਾਨੂੰ ਪਤਾ ਵੀ ਸਭ ਤੋਂ ਵੱਡਾ ਖਰਚਾ, ਮਤਲਬ ਕਿ ਸਾਡੇ ਅਕੋਰਡਿੰਗ ਸਭ ਤੋਂ ਵੱਡਾ ਖਰਚਾ B.Ed ਸੀ ਜੀ। ਤਾਂ B.Ed ਮਾਤਾ ਜੀ ਨੇ ਬੜਾ ਹੀ ਮਤਲਬ ਕਿ ਕਰਜ਼ਾ ਕੁਰਜ਼ਾ ਚੁੱਕ ਕੇ B.Ed ਕਰਵਾਈ, ਪਰ ਮੈਂ ਆਪਣੀ ਟਿਊਸ਼ਨ ਸੀ ਜਿਹੜੀ ਨਾਲ ਜਾਰੀ ਰੱਖੀ। B.Ed ਹੋਣ ਤੋਂ ਬਾਅਦ ਇੱਦਾਂ ਮੰਨ ਲਓ ਵੀ ਮੇਰੀ ਟਿਊਸ਼ਨ ਇੰਨੀ ਵਧੀਆ ਚੱਲਣ ਲੱਗ ਗਈ ਸੀ ਵੀ ਘਰ ਨਹੀਂ ਸੀ, ਇੱਕ ਸਕੂਲ ਜਾਪਦਾ ਸੀ ਜੀ। ਸੁਬਾਹ ਸ਼ਾਮ ਟਾਈਮਿੰਗ ਬੈਚ। ਮਤਲਬ ਕਿ ਇਹ ਤੋਂ ਬਾਅਦ B.Ed ਤੋਂ ਬਾਅਦ ਮੈਂ MA ਹਿੰਦੀ ਕੀਤੀ ਜੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ CC ਥਰੂ। ਤੋਂ MA ਇੰਗਲਿਸ਼ ਕੀਤੀ। ਇਹ ਤੋਂ ਬਾਅਦ ਮਤਲਬ ਇਹ ਤੋਂ ਬਾਅਦ ਮੈਂ ਇਹੋ ਜਿਹੇ ਟਰੈਕ 'ਤੇ ਆਈ ਵੀ ਮੈਂ ਜਿੰਨੀ ਵੀ ਸਟੱਡੀ ਅੱਜ ਤੱਕ ਕੀਤੀ ਹੈ B.Ed ਤੋਂ ਬਾਅਦ, ਜਿੰਨੀ ਸਟੱਡੀ ਕੀਤੀ ਹੈ, ਤਾਂ ਮੈਂ ਘਰੋਂ ਕੋਈ ਖਰਚਾ ਨਹੀਂ ਕਰਵਾਇਆ ਜੀ। ਕਿਉਂਕਿ ਮੈਂ ਇੰਨਾ ਸਮਕਸ਼ ਹੋ ਗਈ ਸੀ, ਇੰਨਾ ਸਮਰੱਥ ਹੋ ਗਈ ਸੀ ਵੀ ਮੈਂ ਆਪਦਾ ਖਰਚਾ, ਇਹ ਛੋਟਾ ਮੋਟਾ ਖਰਚਾ ਜਿਹੜਾ ਆਪ ਚੁੱਕ ਸਕਾਂ। ਅਤੇ ਨਾਲ ਹੀ ਜੀ ਮੈਂ ਮਤਲਬ ਹਿੰਦੀ ਦੀ MA ਤੋਂ ਬਾਅਦ ਤੁਰੰਤ ਨਾਲ ਹੀ ਮੈਂ ਸਕੂਲ ਜੁਆਇਨ ਕਰ ਲਿਆ ਸੀ, ਸਰਵਿਤਕਾਰੀ ਵਿੱਦਿਆ ਮੰਦਿਰ ਤਪਾ ਜੀ। ਹਾਂਜੀ, ਉੱਥੇ ਮੈਂ ਪੜ੍ਹਾਉਣਾ ਸ਼ੁਰੂ ਕਰਤਾ ਸੀ ਜੀ। ਇਹ ਤੋਂ ਬਾਅਦ ਫਿਰ ਰਾਮਪੁਰਾ ਫੂਲ ਸਕੂਲ ਹੈ ਜੀ, ਸਰਵਿਤਕਾਰੀ ਸਕੂਲ ਹੈ ਉਹ ਵੀ। ਇਹ ਤੋਂ ਬਾਅਦ ਮੈਂ ਫਿਰ ਲਗਭਗ ਸਾਲ ਤੋਂ ਉੱਪਰ ਸਮਾਂ ਉੱਥੇ ਲਗਾਇਆ ਜੀ। ਤਾਂ ਇੱਦਾਂ ਫਿਰ ਜੀਵਨ ਠੀਕ ਚੱਲਦਾ ਰਿਹਾ ਜੀ। ਸਟੱਡੀ ਵੀ ਨਾਲ ਹੁੰਦੀ ਰਹੀ, ਅੱਗੇ ਵੱਧਦੇ ਵੀ ਗਏ, ਸਿੱਖਦੇ ਵੀ ਗਏ। ਹੁਣ ਤੁਹਾਡੇ ਮਦਰ ਇਕੱਲੇ ਨੇ ਘਰ ਦੇ ਵਿੱਚ? ਹਾਂਜੀ, ਤੁਹਾਡੀ ਮੰਮੀ ਹੈ ਨਾ। ਤਾਂ ਹੁਣ ਖਰਚਾ ਕੌਣ ਕਰ ਰਿਹਾ ਉਹਨਾਂ ਦਾ, ਜਾਂ ਦੇਖਭਾਲ ਕੌਣ ਕਰ ਰਿਹਾ ਫਿਰ? ਨਹੀਂ, ਉਹ ਖਰਚੇ ਹੀ ਦੇਖੋ, ਜ਼ਮੀਨ ਜਾਇਦਾਦ ਹੈ ਥੋੜ੍ਹੀ ਬਹੁਤ, ਉਹਦੇ ਸਿਰ 'ਤੇ ਮਤਲਬ ਕਿ ਉਹਨਾਂ ਦਾ ਗੁਜ਼ਾਰਾ, ਉਹ ਇਕੱਲੇ ਹੈਗੇ ਨੇ, ਠੀਕ ਚੱਲ ਰਿਹਾ ਹੈਗਾ। ਤਾਂ ਬਾਕੀ ਇੱਕ ਇੱਦਾਂ ਵੀ ਜਿਹੜੇ ਸਾਡੇ ਘਰ ਨੇ ਉਹ ਨਾਲ ਨੇ ਜੀ। ਮੇਰੇ ਤਾਇਆ ਜੀ ਦਾ ਘਰ, ਮਤਲਬ ਜਿੰਨੇ ਵੀ ਮੇਰੇ ਤਾਇਆ ਜੀ ਵਰਗੇ ਨੇ, ਸਾਡੀਆਂ ਆਪਸ 'ਚ ਕੰਧਾਂ ਸਾਂਝੀਆਂ ਨੇ ਜੀ, ਕੋਠੇ ਮਿਲਦੇ ਆ। ਮਤਲਬ ਇੱਕ ਪਾਸਿਓਂ ਕੋਠੇ 'ਤੇ ਚੜ੍ਹ ਕੇ ਅਸੀਂ ਦੂਜੇ ਪਾਸੇ ਦੂਜੇ ਘਰੇ ਉਤਰ ਜਾਂਦੇ ਹਾਂ ਜੀ। ਤਾਂ ਇੱਦਾਂ ਵੀ ਨਹੀਂ ਆ ਵੀ ਮਾਤਾ ਜੀ, ਪਰ ਹਾਂ ਉਹ ਫੀਲ ਕਰਦੇ ਨੇ ਜੀ ਹੁਣ ਅੰਦਰੋਂ ਵੀ ਮੈਂ ਬਿਲਕੁਲ ਇਕੱਲੀ ਰਹਿ ਗਈ। ਕਿਉਂਕਿ ਉਮਰ ਦਾ ਇੱਕ ਪੜਾਅ ਹੁੰਦਾ ਨਾ, ਜਵਾਨੀ ਵੇਲੇ ਕਹਿੰਦੇ ਨਾ ਕਿ ਅਸੀਂ ਬੱਚੇ ਪਾਲਣ ਦੇ ਵਿੱਚ ਜਾਂ ਹੋਰ ਰੁਝੇਵਿਆਂ ਦੇ ਵਿੱਚ ਜੀਵਨ ਲੰਘ ਜਾਂਦਾ ਹੈ ਨਾ। ਪਰ ਕਈ ਵਾਰ ਬੁਢਾਪੇ ਦੇ ਵਿੱਚ ਆ ਕੇ ਜਦੋਂ ਅਸੀਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਸੁਰਖਰੂ ਹੋ ਜਾਂਦੇ ਹਾਂ, ਤਾਂ ਉਹ ਉਮਰ ਕੱਟਣੀ ਜ਼ਿਆਦਾ ਔਖੀ ਲੱਗਦੀ ਹੈ। ਬਿਲਕੁਲ ਜੀ। ਹੁਣ ਦੇਖੋ ਇਹ ਚੀਜ਼ ਹੋਈ ਸੀ ਜਦੋਂ ਦਾ ਮੇਰੇ ਵੱਡੇ ਦੀਦੀ ਵਿਆਹੇ ਸੀ ਜੀ, ਉਦੋਂ ਤਾਂ ਮੈਂ ਹੈਗੀ ਸੀ, ਮੈਂ ਬਚੀ ਹੋਈ ਸੀ, ਠੀਕ ਹੈ ਜੀ। ਉਦੋਂ ਅਸੀਂ ਮਾਤਾ ਜੀ ਤੇ ਮੈਂ, ਅਸੀਂ 2 ਮੈਂਬਰ ਘਰੇ ਹੈਗੇ ਸੀ ਜੀ। ਪਰ ਜਦੋਂ ਮੇਰੀ ਮੈਰਿਜ ਹੋਈ ਜੀ, ਉਹ ਇੱਕਦਮ ਇਕੱਲੇ ਪੈ ਗਏ। ਤਾਂ ਇਸ ਤੋਂ ਬਾਅਦ ਉਹ ਇੱਦਾਂ ਦੇ ਬਿਮਾਰ ਰਹਿਣ ਲੱਗੇ ਨੇ। ਹੁਣ ਉਹ ਪੂਰੀ ਤਰ੍ਹਾਂ ਠੀਕ ਵੀ ਨਹੀਂ ਰਹਿੰਦੇ। ਪਹਿਲਾਂ ਉਹਨਾਂ ਨੂੰ ਕਦੇ ਕੁਛ ਨਹੀਂ ਸੀ ਹੋਇਆ, ਪਹਿਲਾਂ ਬਿਲਕੁਲ ਤੰਦਰੁਸਤ ਰਹਿੰਦੇ ਸੀ। ਉਦੋਂ ਤੋਂ ਜਦੋਂ ਮੇਰੀ ਮੈਰਿਜ ਤੋਂ ਬਾਅਦ ਹੁਣ ਉਹ ਕਾਫੀ ਬਿਮਾਰ ਰਹਿਣ ਲੱਗ ਗਏ। ਬਸ ਉਹਨਾਂ ਨੇ ਗੱਲ ਦਿਲ 'ਤੇ ਲਾ ਗਈ ਵੀ ਮੇਰਾ ਤਾਂ ਸਭ ਕੁਝ ਹੀ ਚਲਾ ਗਿਆ, ਮੈਂ ਤਾਂ ਬਿਲਕੁਲ ਇਕੱਲੀ ਪੈ ਗਈ। ਹਰਪ੍ਰੀਤ, ਇੰਨੇ ਵਰੇ ਬੀਤ ਗਏ ਨੇ, ਇਹਨਾਂ ਵਰਿਆਂ ਦੇ ਵਿੱਚ
ਕਦੇ ਤੁਹਾਨੂੰ ਕੋਈ ਅਜਿਹਾ ਪਰਿਵਾਰ, ਕਿਉਂਕਿ ਉਸ ਵੇਲੇ ਬਹੁਤ ਸਾਰੇ ਪਰਿਵਾਰਾਂ ਦੇ ਜਿਹੜੇ ਪੁੱਤ ਗਏ ਕਦੇ ਮੁੜ ਕੇ ਨਹੀਂ ਆਏ, ਕਦੇ ਕਿਸੇ ਅਜਿਹੇ ਪਰਿਵਾਰ ਦੇ ਨਾਲ ਗੱਲਬਾਤ ਹੋਈ ਜਾਂ ਕਦੇ ਕਿਸੇ ਨੇ ਤੁਹਾਡੇ ਨਾਲ ਕਿਹਾ ਕਿ ਸਾਡਾ ਵੀ ਕੋਈ ਪਰਿਵਾਰਕ ਮੈਂਬਰ ਨਹੀਂ ਲੱਭ ਰਿਹਾ, ਮਿਲ ਕੇ ਤੁਸੀਂ ਕੋਈ ਕੋਸ਼ਿਸ਼ ਕੀਤੀ ਹੋਵੇ? ਹਾਂਜੀ, ਇੱਕ ਵਾਰ ਇਹ ਵੀ ਚੀਜ਼ ਹੋਈ ਸੀ ਜੀ। ਮਤਲਬ ਕਿ ਅਸੀਂ, ਮੇਰੇ ਯਾਦ ਹੈ, ਬੜੇ ਛੋਟੇ ਛੋਟੇ ਹੁੰਦੇ ਸੀ ਤਾਂ ਨਾਨਕੇ ਗਏ ਹੋਏ ਸੀ। ਤਾਂ ਮੇਰੇ ਮਾਤਾ ਜੀ ਉੱਥੇ ਨਾਨਕੇ ਪਿੰਡ ਸੁਨੇਹਾ ਪਹੁੰਚਿਆ ਵੀ ਤੁਸੀਂ ਜਲਦੀ ਘਰੇ ਆ ਜਾਓ। ਅਸੀਂ ਘਰੇ ਆ ਗਏ ਜੀ। ਤਾਂ ਕਹਿੰਦੇ ਵੀ ਕਿਸੇ ਪਿੰਡ 'ਚੋਂ ਖਬਰ ਆਈ ਹੈ ਵੀ ਕਿਸੇ ਦਾ ਬੰਦਾ ਵੀ ਉੱਥੇ ਜੇਲ੍ਹ ਕੱਟ ਕੇ ਆਇਆ, ਵੀ ਆਪਣੇ ਮਤਲਬ ਕਿ ਪਿਤਾ ਜੀ ਨਾਲ ਜੇਲ੍ਹ ਕੱਟ ਕੇ ਆਇਆ। ਵੀ ਉਹਨੇ ਕਿਹਾ ਵੀ ਮੈਂ ਉਹਨੂੰ ਚਾਹ ਵੀ ਪਿਲਾ ਕੇ ਆਇਆ ਉੱਥੇ, ਵੀ ਉਹ ਉੱਥੇ ਆ, ਉਹ ਠੀਕ ਠਾਕ ਹੈ, ਵੀ ਹੁਣ ਉਹਨਾਂ ਨੂੰ ਆਪਾਂ ਲੱਭ ਕੇ ਲਿਆਵਾਂਗੇ। ਤਾਂ ਜਦੋਂ ਉੱਥੇ ਗਏ ਜਾਂ ਜੋ ਵੀ ਕਾਰਵਾਈ ਅਗਲੀ ਹੋਈ ਤਾਂ ਸਾਨੂੰ ਕੋਈ ਜਵਾਬ ਨਹੀਂ। ਮਤਲਬ ਕੇਰਾਂ ਇਹੋ ਜਿਹੀ ਆਸ ਵੱਜੀ ਜੀ, ਸਾਰੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੋ ਗਿਆ। ਮੈਂ ਵੀ ਖੁਸ਼, ਮੇਰੇ ਸਿਸਟਰ ਜੀ ਵੀ ਖੁਸ਼ ਵੀ ਕੋਈ ਨਵਾਂ, ਫਿਰ ਉਹੀ ਗੱਲ ਲੱਗ ਵੀ ਨਵਾਂ ਹੁਣ ਚਮਤਕਾਰ ਹੋਊਗਾ ਕੋਈ। ਕਿਉਂਕਿ ਜਦੋਂ ਕਿਸੇ ਨੇ ਆ ਕੇ ਦੱਸਿਆ, ਜਦੋਂ ਉੱਥੇ ਪਤਾ ਕੀਤਾ ਜਾਂ ਜਾਣਿਆ ਤਾਂ ਉਹ ਕਹਿੰਦੇ ਨਹੀਂ ਵੀ ਕਿਸੇ ਨੂੰ ਭੁਲੇਖਾ ਪਿਆ ਗਿਆ, ਇਹੋ ਜਿਹੀ ਕੋਈ ਗੱਲ ਹੀ ਨਹੀਂ ਹੈਗੀ, ਉਹ ਨਹੀਂ ਹੈਗੇ ਇੱਥੇ। ਇੰਨੇ ਵਰੇ ਬੀਤ ਗਏ ਨੇ, ਤੁਸੀਂ ਹੁਣ ਖੁਦ ਆਪਣੇ ਪੈਰਾਂ 'ਤੇ ਖੜੇ ਹੋ, ਹਾਂਜੀ, ਤੇ ਹੁਣ ਵੀ ਤੁਸੀਂ ਬਹੁਤ ਸਾਰੀਆਂ ਦਰਖਾਸਤਾਂ ਸਰਕਾਰੀ ਦਰਬਾਰੇ ਦਿੱਤੀਆਂ ਹੋਣਗੀਆਂ, ਕੀ ਚਾਹੁੰਦੇ ਹੋ? ਬਸ ਜੀ ਇੱਕ ਚੀਜ਼ ਇਹ ਆ, ਮੈਂ ਇਕੱਲੀ ਆਪਣੇ ਲਈ ਇਹ ਚੀਜ਼ ਨਹੀਂ ਚਾਹੂੰਗੀ। ਇੱਕ ਤਾਂ ਜਿਹੜਾ ਵੀ ਭਾਰਤ ਦੇਸ਼ ਹੈ, ਜਿੰਨਾ ਮੈਨੂੰ ਲੱਗਦਾ ਵੀ ਜਿੰਨਾ ਉਹ ਪੰਜਾਬ ਨੂੰ ਪਿਆਰਾ, ਸ਼ਾਇਦ ਹੀ ਕੋਈ ਇਹ ਚੀਜ਼ ਹੋਵੇ, ਪਰ ਪੰਜਾਬ ਨੂੰ ਇੱਕ ਵੱਖਰੀ ਨਿਗਾਹ ਨਾਲ ਦੇਖਿਆ ਜਾਂਦਾ। ਉਹ ਕਿਹੜੀਆਂ ਗਤੀਵਿਧੀਆਂ ਕਰਕੇ ਦੇਖਿਆ ਜਾਂਦਾ, ਉਹਦੇ ਵਿੱਚ ਉਹ ਗਤੀਵਿਧੀਆਂ 'ਚ ਸਾਰੇ ਬੰਦੇ ਕਦੇ ਵੀ ਸ਼ਾਮਲ ਨਹੀਂ ਹੁੰਦੇ। ਪਰ ਜੇ ਮੰਨਿਆ ਕੋਈ ਬਾਗੀ ਹੁੰਦਾ ਹੈ ਆਪਦੇ ਹੱਕਾਂ ਖਾਤਰ, ਮੈਂ ਉਹਨੂੰ ਗਲਤ ਵੀ ਨਹੀਂ ਮੰਨਦੀ। ਮੈਂ ਆਪ ਬਗਾਵਤੀ ਸੋਚ ਦੀ ਬਣ ਚੁੱਕੀ ਹਾਂ, ਕਿਉਂਕਿ ਜਿੱਦਾਂ ਦੇ ਆਪਾਂ ਮਾਹੌਲ 'ਚ ਪਲੇ ਹਾਂ, ਜਿਹੜਾ ਦਰਦ ਆਪਾਂ ਸਿਹਾ, ਆਪਣਾ ਨੇਚਰ ਕੁਦਰਤੀ ਆ ਬਗਾਵਤੀ ਹੋਣਾ, ਠੀਕ ਹੈ। ਤਾਂ ਇੱਕ ਬਸ ਇਹੀ ਚੀਜ਼ ਹੈ ਵੀ ਇਕੱਲਾ ਸਾਡਾ ਹੀ ਨਹੀਂ, ਇਹੋ ਜਿਹੇ ਪਰਿਵਾਰਾਂ ਦੀਆਂ ਇਹ ਤੋਂ ਵੀ ਦਰਦਨਾਕ ਕਹਾਣੀਆਂ ਹੋਣਗੀਆਂ ਜਿਨ੍ਹਾਂ ਦਾ ਬੱਚਾ ਵੀ ਮਾਰਤਾ, ਜਿਨ੍ਹਾਂ ਦਾ ਛੱਡਿਆ ਕੁਛ ਨਹੀਂ। ਤਾਂ ਕੀ ਅਸੀਂ ਉਹਨਾਂ ਨੂੰ ਸਾਰੀ ਉਮਰ 1984 ਜਾਂ 1984 ਤੋਂ 1995 ਤੱਕ ਦੀਆਂ ਘਟਨਾਵਾਂ ਨੂੰ ਵੀ ਇੱਕ ਦਰਦਨਾਕ ਘਟਨਾਵਾਂ ਸਮਝ ਕੇ ਜਾਂ ਇੱਕ ਸ਼ਰਧਾਂਜਲੀਆਂ ਸਮਝ ਕੇ ਉਹਨਾਂ ਨੂੰ ਉੱਥੇ ਹੀ ਸਮਾਪਤੀ ਕਰਦੇ ਰਹਾਂਗੇ? ਕਿ ਉਹਨਾਂ ਨੂੰ ਉਹਨਾਂ ਘਟਨਾਵਾਂ ਦਾ ਜਾਂ ਜਿਨ੍ਹਾਂ ਨਾਲ ਜਿਹਦਾ ਗਲਤ ਹੋਇਆ ਉਹਦਾ ਕਦੇ ਇਨਸਾਫ ਨਹੀਂ ਮਿਲੂ। ਬਹੁਤ ਸਾਰਿਆਂ ਨੂੰ ਹੋ ਸਕਦਾ ਮਿਲ ਗਿਆ ਹੋਵੇ, ਪਰ ਜਿਨ੍ਹਾਂ ਨੂੰ ਨਾਲ ਮੈਂ ਵਿਚਰੀ ਹਾਂ, ਮੈਨੂੰ ਤਾਂ ਨਹੀਂ ਲੱਗਿਆ ਜੀ ਕਦੇ ਇਨਸਾਫ ਮਿਲਿਆ। 84 ਦੇ ਪੀੜਤਾਂ ਦੀ ਜਦੋਂ ਗੱਲ ਹੁੰਦੀ ਹੈ ਨਾ, ਤਾਂ ਤਕਰੀਬਨ ਹਰ ਵਾਰੀ ਬਹੁਤ ਇੱਕ ਵਾਰ ਰੌਲਾ ਪੈਂਦਾ ਤੇ ਬਹੁਤ ਸਾਰੀਆਂ ਸੰਸਥਾਵਾਂ ਇਕੱਠੀਆਂ ਹੁੰਦੀਆਂ, ਨੌਜਵਾਨ ਸਾਡੇ ਇਕੱਠੇ ਹੁੰਦੇ ਆ, ਉਹ ਕਾਫੀ ਕੁਝ ਕਰਨ ਦੀਆਂ ਗੱਲਾਂ ਕਰਦੇ ਨੇ। ਕੀ ਤੁਹਾਡੇ ਨਾਲ ਕਦੇ ਕਿਸੇ ਦੀ ਐਵੇਂ ਦੀ ਸੰਸਥਾ ਨੇ ਜਾਂ ਕਿਸੇ ਸਮੂਹ ਨੇ ਤੁਹਾਡੇ ਨਾਲ ਸੰਪਰਕ ਕੀਤਾ, ਜਾਂ ਤੁਹਾਨੂੰ ਹੁਣ ਵੀ ਕਦੇ ਪੁਲਿਸ ਦੀ ਨੇ ਕਦੇ ਤੰਗ ਪਰੇਸ਼ਾਨ ਕੀਤਾ ਪਰਿਵਾਰ ਨੂੰ? ਨਹੀਂ ਜੀ, ਐਵੇਂ ਕਹੀਏ ਪੁਲਿਸ ਨੇ ਸਾਨੂੰ ਕਦੇ ਵੀ ਤੰਗ ਪਰੇਸ਼ਾਨ ਨਹੀਂ ਕੀਤਾ। ਬਸ ਜੋ ਘਟਨਾ ਉਦੋਂ ਹੋ ਗਈ, ਇਹ ਤੋਂ ਬਾਅਦ ਕਦੇ ਪਰੇਸ਼ਾਨ ਨਹੀਂ ਕੀਤਾ। ਹਾਂਜੀ, ਪਰੇਸ਼ਾਨੀ ਇਹ ਆਈ ਸੀ ਵੀ ਜੋ ਘਰ ਦੇ ਰਿਪੋਰਟ ਲਿਖਵਾਉਣ ਗਏ ਸੀ ਤਾਂ ਘਰਦਿਆਂ ਦੀ ਰਿਪੋਰਟ ਨਹੀਂ ਸੀ ਲਿਖੀ ਗਈ। ਪਰ ਜਦੋਂ ਹੁਣ ਅਸੀਂ ਇਨਕੁਆਇਰੀ ਪਾਉਂਦੇ ਆ ਜਾਂ ਜਦੋਂ ਵੀ ਇਨਕੁਆਇਰੀ ਪਾਈ ਆ ਤਾਂ ਸਾਡੇ ਕੋਲ ਇੱਕ ਹੀ ਚੀਜ਼ ਆਈ ਆ ਵੀ ਤੁਸੀਂ ਜਦੋਂ ਤੁਹਾਡਾ ਬੰਦਾ ਗਵਾਚਿਆ ਜਾਂ ਪੁਲਿਸ ਵੱਲੋਂ ਚੱਕਿਆ ਗਿਆ, ਤੁਸੀਂ ਕੋਈ ਰਿਪੋਰਟ ਲਿਖਾਈ ਹੋਊ, ਰਿਪੋਰਟ ਲੈ ਕੇ ਆਓ। ਤਾਂ ਹੁਣ ਸੋਚਣ ਵਾਲੀ ਇਹ ਗੱਲ ਹੈ ਵੀ ਜਦੋਂ ਚੱਕਿਆ ਹੀ ਪੁਲਿਸ ਨੇ ਆ ਤਾਂ ਫਿਰ ਰਿਪੋਰਟ ਲਿਖਾਉਣ ਵੀ ਤਾਂ ਪੁਲਿਸ ਕੋਲ ਜਾਣਾ ਸੀ, ਤਾਂ ਪੁਲਿਸ ਨੇ ਨਹੀਂ ਲਿਖੀ ਰਿਪੋਰਟ। ਹੁਣ ਉਹ ਰਿਪੋਰਟ ਹੁਣ ਅਸੀਂ ਕਿੱਥੋਂ ਲੈ ਕੇ ਆਈਏ? ਤੇ ਇਸ ਮਸਲੇ ਨੂੰ ਲੈ ਕੇ ਤੁਹਾਡੀ ਕਿਸੇ ਸੰਸਥਾ ਨੇ ਮਦਦ ਕੀਤੀ ਹੈ? ਨਹੀਂ ਜੀ, ਦੇਖੋ ਸੰਸਥਾ ਤੋਂ ਕਿਸੇ ਵੱਲੋਂ ਕੋਈ ਵੀ ਸਾਨੂੰ ਮਦਦ ਨਹੀਂ ਮਿਲੀ ਹੈਗੀ। ਗੱਲ ਇਹ ਆ ਵੀ ਹੁਣ ਪੁਲਿਸ ਦਾ ਕੰਮ ਹੈ ਜੀ। ਇਹ ਬੰਦਾ ਗਾਇਬ ਜਦੋਂ ਪੁਲਿਸ ਕਰ ਸਕਦੀ ਹੈ ਤਾਂ ਲੱਭਣਾ ਦਾ ਪੁਲਿਸ ਲਈ 10 ਮਿੰਟਾਂ ਦੀ ਖੇਡ ਆ। ਅੱਜ ਕੱਲ੍ਹ ਆਪਾਂ ਇਹ ਸੋਚਦੇ ਹਾਂ ਵੀ ਆਪਣੀ ਪੰਜਾਬ ਪੁਲਿਸ ਹੈ ਜਿਹੜੀ ਪੋਜ਼ੀਟਿਵ ਵੇ 'ਚ ਦੇਖੀਏ ਤਾਂ ਇੰਨੀ ਜ਼ਿਆਦਾ ਵਧੀਆ ਤਰੀਕੇ ਨਾਲ ਕੰਮ ਕਰਦੀ ਹੈ ਵੀ ਇਹ 2 ਘੰਟਿਆਂ 'ਚ ਨਸ਼ੇ ਵਾਲੇ ਬੰਦੇ ਫੜ ਲੈਣ, ਇੰਨੇ ਵਧੀਆ। ਪਰ ਜੇ ਕਰਨਾ ਹੋਵੇ ਤਾਂ ਇੱਕ ਵਾਕਿਆ ਇਹ ਵੀ ਹੈ ਇਹਦੇ ਨਾਲ ਵੀ ਜਦੋਂ ਪਿਤਾ ਜੀ ਨੂੰ ਨਾ ਪੁਲਿਸ ਲੈ ਕੇ ਗਈ ਜੀ, ਕੁਝ ਕੁ ਦਿਨਾਂ ਬਾਅਦ ਉਹਨੂੰ ਪੁਲਿਸ ਦੁਬਾਰੇ ਲੈ ਕੇ ਆਈ ਘਰ ਤਲਾਸ਼ੀ ਲੈਣ ਵਾਸਤੇ। ਇੱਕ ਵਾਰ ਤੁਹਾਡੇ ਪਿਤਾ ਜੀ ਨੂੰ ਘਰ ਵਾਪਸ ਲਿਆਂਦਾ? ਇੱਕ ਵਾਰ ਵਾਪਸ ਲੈ ਕੇ ਆਏ ਸੀ, ਸਿਰਫ ਇੱਕ ਵਾਰ ਜੀ। ਉਦੋਂ ਸਾਡਾ ਵਰਥ ਮਤਲਬ ਹੋਣ ਵਾਲਾ ਸੀ, ਹਜੇ ਹੋਇਆ ਨਹੀਂ ਸੀ, ਥੋੜੇ ਦਿਨਾਂ ਬਾਅਦ ਦੀ ਗੱਲ ਹੈ। ਤਾਂ ਮਾਤਾ ਜੀ ਦੱਸਦੇ ਹੁੰਦੇ ਨੇ ਤਾਂ ਵੀ ਪੁਲਿਸ ਆਈ ਤਾਂ ਉਹਨਾਂ ਨੇ ਪੇਟੀਆਂ ਖੋਲੀਆਂ, ਸਮਾਨ ਚੱਕ ਬਾਹਰ ਸੁੱਟਣਾ ਸ਼ੁਰੂ ਕਰਤਾ। ਕਹਿੰਦੇ ਮੰਮਾ ਉਹਨਾਂ ਨੂੰ ਬੋਲੇ ਵੀ ਭਾਈ ਇਹਦੇ ਕੋਲ ਕੁਛ ਨਹੀਂ ਹੈਗਾ, ਇਹ ਕਮਲਾ ਬੰਦਾ, ਤੁਸੀਂ ਕੁੱਟੀ ਜਾਂਦੇ ਹੋ, ਇਹ ਮੰਨੀ ਜਾਂਦਾ, ਖਨੀ ਕੀ ਮੰਨੀ ਜਾਂਦਾ ਵੀ ਤੁਸੀਂ ਕੁੱਟਮਾਰ ਕਰ ਰਹੇ ਹੋ। ਡਰਦਾ ਹਾਂ ਕਹੀ ਜਾਂਦਾ ਵੀ ਜਿਹੜੀ ਗੱਲ ਇਹ ਤੁਹਾਨੂੰ ਕਹਿ ਕੇ ਲਿਆਇਆ ਘਰੇ ਆਉਣ ਦਾ ਮਾਰਾ, ਤੁਸੀਂ ਇਹ ਤੋਂ ਪੁੱਛ ਲਓ ਵੀ ਕੱਢ ਲਓ ਇੱਥੋਂ। ਤਾਂ ਫਿਰ ਇੱਕ ਪੁਲਿਸ ਵਾਲੇ ਨੇ ਕਿਹਾ ਸੀ ਵੀ ਭਾਈ ਸਾਨੂੰ ਪਤਾ ਹੈਗਾ ਵੀ ਇਹਦਾ ਕੋਈ ਕਸੂਰ ਨਹੀਂ, ਇਹ ਬੰਦਾ ਹੀ ਨਹੀਂ ਇੱਦਾਂ ਦਾ ਵੀ ਸਾਨੂੰ ਦੇਖਣ ਨੂੰ ਹੀ ਲੱਗੀ ਜਾਂਦਾ, ਪਰ ਕੀ ਕਰੀਏ, ਅਸੀਂ ਹੁਕਮ ਦੇ ਗੋਲੇ ਹਾਂ, ਸਾਨੂੰ ਉੱਪਰੋਂ ਆਰਡਰ ਨੇ।
ਫਿਰ ਦੂਜੀ ਗੱਲ ਉਹਨਾਂ ਨੇ ਐਂ ਕਹੀ ਸੀ ਵੀ ਇੱਥੇ ਉੱਥੇ ਪਾਲੇ ਨਾ ਮਰ ਜੂ, ਇਹਦੇ ਲਈ ਇੱਕ ਬਿਸਤਰਾ ਰੱਖ ਦਿਓ ਗੱਡੀ 'ਚ। ਬਸ ਉਦੋਂ ਬਿਸਤਰਾ ਨਾਲ ਲੈ ਗਏ, ਤਲਾਸ਼ੀ ਲੈਣ ਆਏ, ਸਮਾਨ ਖਿਲਾਰ ਕੇ ਸਿੱਟ ਗਏ। ਮਿਲਣਾ ਕੀ ਸੀ, ਕੁਛ ਵੀ ਨਹੀਂ ਮਿਲਿਆ ਤਲਾਸ਼ੀ 'ਚ, ਬਸ ਵਾਪਸ ਲੈ ਗਏ। ਇਹ ਤੋਂ ਬਾਅਦ ਮੁੜ ਕੇ ਨਹੀਂ ਜੀ ਉਹਨਾਂ ਨੇ ਸਾਨੂੰ ਦਿਖਾਇਆ, ਨਾ ਉਹ ਲੈ ਕੇ ਆਏ ਜਾਂ ਜਿੰਨੇ ਵਾਰ ਅਸੀਂ ਗਏ ਉਹਨਾਂ ਨੇ ਨਹੀਂ ਦਿਖਾਇਆ ਜੀ। ਫਿਰ ਤਾਂ ਮਤਲਬ ਸਾਹਮਣੇ ਤੱਕ ਨਹੀਂ ਕੀਤਾ ਜੀ ਉਹਨਾਂ ਨੇ। ਜਦੋਂ ਉਹਨਾਂ ਨੂੰ ਘਰ ਵਾਪਸ ਲੈ ਕੇ ਆਏ, ਇੱਕ ਵਾਰ ਤੁਸੀਂ ਦੱਸਿਆ ਕਿ ਲੈ ਕੇ ਆਏ, ਉਦੋਂ ਕੀ ਦੱਸਦੇ ਨੇ ਪਰਿਵਾਰਕ ਮੈਂਬਰ? ਕਿਵੇਂ ਸੀ ਉਹ? ਮਤਲਬ ਉਹਨਾਂ ਨਾਲ ਕੁੱਟਮਾਰ ਕੀਤੀ ਹੋਈ ਸੀ ਜਾਂ ਉਹਨਾਂ ਨਾਲ? ਹਾਂਜੀ, ਉਹਨਾਂ ਨਾਲ ਕੁੱਟਮਾਰ ਕੀਤੀ ਹੋਈ ਸੀ ਜੀ। ਮਤਲਬ ਕੁੱਟਮਾਰ ਇੰਨਾ ਜ਼ਿਆਦਾ, ਮਤਲਬ ਪੁਲਿਸ ਬਣੀ ਉਦੋਂ ਦੇ ਸਮੇਂ ਚਲੋ ਅਗਲੇ ਨੂੰ ਟੌਰਚਰ ਕੀਤਾ ਜਾਂਦਾ ਸੀ ਵੀ ਜੇ ਕਿਸੇ ਨੇ ਨਹੀਂ ਗਲਤੀ ਕੀਤੀ ਹੁੰਦੀ ਨਾ, ਕਈ ਵਾਰ ਉਹ ਵੈਸੇ ਹੀ ਕਹਿ ਜਾਂਦਾ ਵੀ ਹਾਂ ਮੈਂ ਕਰੀ ਆ, ਕਿਉਂ ਸਿੱਤਰਾਂ ਨੂੰ ਡਰਦਾ। ਮਤਲਬ ਕੁੱਟਦੇ ਹੀ ਇੰਨੇ ਬੁਰੇ ਤਰੀਕੇ ਨਾਲ ਸੀ ਉਹ। ਤਾਂ ਉਹਨਾਂ ਨੂੰ ਕਈ ਚੀਜ਼ਾਂ ਉਹਨਾਂ ਨੇ ਕਹੀਆਂ ਵੀ ਤੇਰੇ ਕੋਲ ਪਿਸਤੌਲ ਹੈ, ਤੇਰੇ ਕੋਲ ਆ, ਤਾਂ ਉਹਨਾਂ ਨੇ ਕਹਿ ਤਾ ਹੋਣਾ ਵੀ ਹਾਂ ਹੈਗਾ। ਉਹ ਕਿੱਥੇ ਆ ਪੇਟੀ 'ਚ? ਪੇਟੀ ਖੋਲੀ, ਕੁਛ ਵੀ ਨਹੀਂ, ਮਤਲਬ ਕੁਛ ਵੀ ਨਹੀਂ ਨਿਕਲਿਆ ਹੈਗਾ ਕਦੇ ਇੱਦਾਂ ਦਾ। ਪਿੰਡ 'ਚ ਵੀ ਅਸੀਂ ਵਿਚਰਦੇ ਹਾਂ ਜਾਂ ਲੋਕਾਂ ਤੋਂ ਸੁਣਦੇ ਹਾਂ ਤਾਂ ਉਹ ਇਹ ਐਗਜ਼ਾਮਪਲ ਪਿਤਾ ਜੀ ਲਈ ਚੱਲ ਰਹੀ ਆ ਵੀ ਉਹ ਇੱਦਾਂ ਦਾ ਬੰਦਾ ਸੀ ਵੀ ਕਿਸੇ ਨੂੰ ਮਾਰਨਾ ਜਾਂ ਕਿਸੇ ਨਾਲ ਝਗੜਾ ਕਰਨਾ ਦੂਰ, ਉਹ ਕੁੱਤੇ ਦੇ ਸੋਟੀ ਤੱਕ ਨਹੀਂ ਸੀ ਮਾਰਨ ਵਾਲੇ ਇੱਦਾਂ ਦੇ। ਮਤਲਬ ਵੱਡੀ ਗੱਲ ਉਦੋਂ, ਮਤਲਬ ਜਿਹੜਾ ਗ੍ਰਹਿ ਮੰਨ ਲਓ, ਜਿਹੜਾ ਆਪਾਂ ਗ੍ਰਹਿ ਚੱਲਦਾ ਕਹਿੰਦੇ ਹਾਂ, ਗ੍ਰਹਿ ਉਦੋਂ ਚੱਲ ਰਿਹਾ ਸੀ ਸਿੱਖਾਂ ਤੇ ਪਿਤਾ ਜੀ ਦਾ ਅੰਮ੍ਰਿਤ ਛਕਿਆ ਹੋਇਆ ਸੀ ਜੀ, ਦਾੜੀ ਕੇਸ ਰੱਖੇ ਹੋਏ ਸੀ। ਤਾਂ ਇਹੋ ਜਿਹੀਆਂ ਘਟਨਾਵਾਂ ਉਹਨਾਂ ਨਾਲ ਜੁੜਨਾ ਤਾਂ ਇੱਕ ਸੁਭਾਵਿਕ ਗੱਲ ਸੀ ਜੀ। ਜਦੋਂ ਪੁਲਿਸ ਵਾਲੇ ਇੱਕ ਮੁੱਛ-ਬੁੱਟ ਗੱਭਰੂਆਂ ਨੂੰ ਜਾਂ ਕਿਸੇ ਵੀ ਬੰਦੇ ਨੂੰ ਪੱਗ ਦੇਖ ਕੇ ਹੀ ਇਹ ਅੰਦਾਜ਼ਾ ਲਾ ਲੈਂਦੇ ਸੀ ਵੀ ਇਹ ਇੱਦਾਂ ਦਾ ਹੋਊਗਾ। ਮਤਲਬ ਉਹ ਜਿਹੜੀ ਪੱਗ ਸਿਰ ਦਾ ਤਾਜ ਹੈ, ਉਸ ਪੱਗ ਨੂੰ ਜਦੋਂ ਸਿਰਫ ਅੱਤਵਾਦੀ ਨਿਗਾਹ ਨਾਲ ਦੇਖਣਾ ਸ਼ੁਰੂ ਕੀਤਾ ਜਾਵੇ ਤਾਂ ਉਸ ਪੰਜਾਬ ਦਾ ਮਾਹੌਲ ਕੀ ਹੋਊ, ਤੁਸੀਂ ਭਲੀ ਭਾਂਤ ਜਾਣੋ ਜੀ। ਬਹੁਤ ਕੁਝ ਉਸ ਸਮੇਂ ਦੇ ਦੌਰਾਨ ਵਾਪਰਿਆ ਹੈ ਨਾ। ਜਿਸ ਤਰ੍ਹਾਂ ਦਾ ਪਰਿਵਾਰਕ ਮਾਹੌਲ ਸੀ, ਬਿਲਕੁਲ ਅਸੀਂ ਬਿਲਕੁਲ ਇਹ ਸਮਝਣ ਵਾਲੀ ਹੀ ਗੱਲ ਹੈ ਕਿ ਕੀ ਬੀਤਿਆ ਹੋਏਗਾ ਤੁਹਾਡੇ ਤੇ ਉਹ ਦਰਦ ਤੁਹਾਡੇ ਅੰਦਰ ਇਕੱਠਾ ਹੁੰਦਾ ਗਿਆ। ਤੁਸੀਂ ਕਵਿਤਾਵਾਂ ਲਿਖਦੇ ਹੋ, ਬਹੁਤ ਸੋਹਣੀਆਂ ਲਿਖਦੇ ਹੋ। ਆਪਣੀ ਕੋਈ ਨਜ਼ਮ ਸਾਡੇ ਨਾਲ ਜ਼ਰੂਰ ਸਾਂਝੀ ਕਰੋ। ਹਾਂਜੀ, ਇਹ ਕਵਿਤਾ ਮੈਂ 2018 'ਚ ਲਿਖੀ ਸੀ ਜੀ, ਪਿਤਾ ਜੀ ਲਈ ਲਿਖੀ ਸੀਗੀ। ਤੈਨੂੰ ਤੁਰਗਿਆਂ 'ਚੋਂ ਨਹੀਂ, ਤੈਨੂੰ ਦਿਸਦਿਆਂ 'ਚੋਂ ਭਾਲਦੀਆਂ, ਤੈਨੂੰ ਤੁਰਗਿਆਂ 'ਚੋਂ ਨਹੀਂ, ਤੈਨੂੰ ਦਿਸਦਿਆਂ 'ਚੋਂ ਭਾਲਦੀਆਂ, ਤੇਰਾ ਪਿੱਛਾ ਕਰਦੀ ਸੋਚ ਨੂੰ ਮੈਂ ਰਤਾ ਵੀ ਨਾ ਟਾਲਦੀਆਂ। ਉਹ ਦੁਨੀਆ ਜੱਗ ਤੋਂ ਬੜੀ ਪਰੇ, ਉਹ ਦੁਨੀਆ ਜੱਗ ਤੋਂ ਬੜੀ ਪਰੇ, ਤੈਨੂੰ ਜਿੱਥੇ ਸੋਚ ਵਿਚਾਰਦੀਆਂ, ਪਰ ਸੁਪਨੇ ਸੰਗ ਸਚਾਈ ਦੇ ਮੈਂ ਹਰ ਵੇਰੀ ਹੀ ਹਾਰਦੀ ਹਾਂ, ਪਰ ਸੁਪਨੇ ਸੰਗ ਸਚਾਈ ਦੇ ਮੈਂ ਹਰ ਵੇਰੀ ਹੀ ਹਾਰਦੀ ਹਾਂ। ਤੇਰੇ ਵਿਛੋੜੇ 'ਚ ਸਾੜਦੇ ਥਲਾਂ ਨੂੰ, ਤੇਰੇ ਵਿਛੋੜੇ 'ਚ ਸਾੜਦੇ ਥਲਾਂ ਨੂੰ ਮੈਂ ਹੰਝੂਆਂ ਦੇ ਨਾਲ ਠਾਰਦੀ ਹਾਂ, ਤੇਰੇ ਬਾਜ ਹਾਂ ਸੁੰਨੀ ਜ਼ਿੰਦਗੀ ਤੇ ਹਾਸਿਆਂ ਦੇ ਪੱਤਰੇ ਚਾੜਦੀ ਹਾਂ। ਬੇਸਾਰ ਲਈ ਉੱਠਦੇ ਸਵਾਲਾਂ ਨੂੰ, ਬੇਸਾਰ ਲਈ ਉੱਠਦੇ ਸਵਾਲਾਂ ਦੇ ਮੈਂ ਜਵਾਬ ਨਿੱਤ ਨਵੇਂ ਹੀ ਪਾਲਦੀ ਹਾਂ। ਜੇ ਇੱਕ ਵਾਰੀ ਤੇਰੀ ਦੀਦ ਹੋਵੇ, ਖੋਲ ਸਲਾਵਾਂ ਆਪਣੇ ਹਾਲ ਦੀਆਂ, ਜੇ ਇੱਕ ਵਾਰੀ ਤੇਰੀ ਦੀਦ ਹੋਵੇ, ਖੋਲ ਸੁਣਾਵਾਂ ਆਪਣੇ ਹਾਲ ਦੀ। ਬਹੁਤ ਇੱਕ ਜਿਹੜਾ ਧੀ ਦਾ ਦਰਦ ਹੈ ਨਾ, ਤੁਸੀਂ ਉਹ ਬਿਆਨ ਕੀਤਾ, ਕਿਉਂਕਿ ਸਾਡਾ ਨਾ ਆਪਣੇ ਪਿਓ ਨਾਲ ਹਰ ਧੀ ਦਾ ਰਿਸ਼ਤਾ ਹੀ ਐਵੇਂ ਦਾ ਹੁੰਦਾ ਹੈ ਨਾ। ਕਿਉਂਕਿ ਕਈ ਵਾਰ ਜਦੋਂ ਇਹ ਨਾ ਬੜੀਆਂ ਆਮ ਜਿਹੀਆਂ ਗੱਲਾਂ, ਬੜੀਆਂ ਸਹਿਜ ਜਿਹੀਆਂ ਗੱਲਾਂ, ਕਿ ਘਰੇ ਜਦੋਂ ਕਈ ਵਾਰ ਅਸੀਂ ਵੀ ਫੋਨ ਕਰਦੇ ਹਾਂ ਨਾ, ਅਤੇ ਜੇ ਵੈਸੇ ਹੀ ਥੱਕੇ ਹੋਈਦਾ ਤਾਂ ਆਵਾਜ਼ 'ਤੇ ਜੇ ਹੌਲੀ ਬੋਲ ਕੇ ਗੱਲ ਕਰਦੇ ਹਾਂ ਹੈ ਨਾ, ਤਾਂ ਉਹ ਫਟਾਫਟ ਪੁੱਛਦੇ ਨੇ ਹੈ ਨਾ ਫਾਦਰ ਮੇਰੇ ਅੱਗਿਓਂ, ਕੀ ਹੋ ਗਿਆ, ਤੂੰ ਇੰਨੀ ਹੌਲੀ ਕਿਉਂ ਬੋਲਦੀ ਆ, ਤੈਨੂੰ ਕਿਸੇ ਨੇ ਕੁਛ ਕਿਹਾ ਹੈ ਨਾ। ਤਾਂ ਬਹੁਤ ਸਾਰੀਆਂ ਉਹ ਤੁਹਾਡੀ ਜ਼ਿੰਦਗੀ 'ਚ ਜਿਹੜਾ ਇੱਕ ਖਲਾ ਹੈ। ਹਾਂਜੀ, ਮੈਂ ਸਮਝਦੀ ਹਾਂ ਇਸ ਚੀਜ਼ ਨੂੰ ਕਿ ਉਸ ਖਲਾ ਨੂੰ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ। ਅਤੇ ਖਾਸ ਕਰਕੇ ਤੁਹਾਡੇ ਮੰਮੀ ਨੇ ਜੋ ਕੁਝ ਝੱਲਿਆ, ਉਹਦੀ ਕਿਤੇ ਕੋਈ ਭਰਪਾਈ ਨਹੀਂ ਹੈ, ਪੂਰੇ ਪਰਿਵਾਰ ਨੇ ਹੀ ਜੋ ਝੱਲਿਆ। ਕੀ ਕਹਿਣਾ ਚਾਹੋਗੇ ਅਖੀਰ 'ਚ? ਦੇਖੋ ਜੀ, ਗੱਲ ਇਹ ਹੈ ਵੀ ਜਦੋਂ ਵੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦੀ ਹਾਂ। ਜਦੋਂ ਮੈਂ ਤਪਾ ਮੰਡੀ ਪੜ੍ਹਾਉਂਦੀ ਹੁੰਦੀ ਸੀ ਤਾਂ ਮੇਰੀ ਫਰੈਂਡ ਸੀ ਇੱਕ ਰਵਿੰਦਰ, ਤਾਂ ਉਹਨਾਂ ਦੇ ਜੇ ਘਰ ਮੈਂ ਪਹਿਲੀ ਵਾਰ ਗਈ ਤਾਂ ਉਹਨਾਂ ਦੇ ਪਾਪਾ ਮੈਨੂੰ ਕਹਿਣ ਲੱਗੇ, ਬੇਟਾ ਤੁਸੀਂ ਕਿਹੜੇ ਘਰਾਂ 'ਚੋਂ? ਮੈਂ ਕਿਹਾ ਜੀ ਲਾਣੇ ਵਾਲਿਆਂ ਦੇ ਘਰਾਂ 'ਚੋਂ। ਕਹਿੰਦੇ ਤੇਰੇ ਪਾਪਾ? ਮੈਂ ਕਿਹਾ ਜੀ ਸਰਦਾਰ ਧੰਨਾ ਸਿੰਘ। ਕਹਿੰਦੇ ਲੈ ਉਹ ਤਾਂ ਮੇਰਾ ਲਿਹਾਜੀ ਰਿਹਾ, ਅਸੀਂ ਇੱਕ ਜਮਾਤ 'ਚ ਪੜ੍ਹਦੇ ਰਹੇ ਹਾਂ। ਮਤਲਬ ਜਦੋਂ ਕੋਈ ਉਹਨਾਂ ਦੀ ਗੱਲ ਵੀ ਕਰਦਾ ਨਾ, ਅੰਦਰੋਂ ਇੰਨਾ ਚਾਅ ਚੜ੍ਹਦਾ ਹੈ, ਇੰਨੀ ਜ਼ਿਆਦਾ ਮਤਲਬ ਸ਼ਾਂਤੀ ਮਿਲਦੀ ਹੈ। ਫਿਰ ਮੈਂ ਉਹਨਾਂ ਤੋਂ ਹੋਰ ਪੁੱਛਿਆ ਵੀ ਅੰਕਲ ਜੀ ਮੈਨੂੰ ਹੋਰ ਦੱਸੋ ਉਹਨਾਂ ਬਾਰੇ,
ਵੀ ਉਹ ਕਿੱਦਾਂ ਦੇ ਸੀ, ਉਹ ਕਿੱਦਾਂ ਪੜ੍ਹਦੇ ਸੀ, ਤੁਸੀਂ ਕਿੰਨਾ ਸਮਾਂ ਇਕੱਠੇ ਰਹੇ। ਮੈਂ ਕਿਤੇ ਵੀ ਚਲੀ ਜਾਂਦੀ, ਹੋਰ ਟੀਚਰ ਸੀਗੇ ਤਪਾ ਮੰਡੀ ਤੋਂ, ਉਹਨਾਂ ਦੇ ਕਈ ਹਸਬੈਂਡ ਟੱਕਰ ਜਾਂਦੇ ਤਾਂ ਉਹਨਾਂ ਨੇ ਕਹਿਣਾ ਵੀ ਬੇਟਾ ਤੇਰੇ ਪਾਪਾ ਸਾਡੇ ਨਾਲ ਪੜ੍ਹਦੇ ਹੁੰਦੇ ਸੀ, ਕਿਉਂਕਿ ਉਹਨਾਂ ਨੇ ਤਪਾ, ਮੇਰੇ ਪਿਤਾ ਜੀ ਨੇ 8th ਤਪਾ ਤੋਂ ਕੀਤੀ ਸੀ। ਤਾਂ ਉਦੋਂ ਐਂ ਹੁੰਦਾ ਵੀ ਇੱਕ ਵਾਰ ਲਈ ਤਾਂ ਇਹ ਹੁੰਦਾ ਵੀ ਸਾਡੀ ਗਵਾਚੀ ਹੋਈ ਚੀਜ਼ ਲੱਭ ਗਈ ਸਾਨੂੰ, ਜਦੋਂ ਕਦੇ ਵੀ ਉਹਨਾਂ ਬਾਰੇ ਸੁਣਨਾ, ਉਹਨਾਂ ਦੀਆਂ ਗੱਲਾਂ ਕਰਨੀਆਂ, ਉਹਨਾਂ ਬਾਰੇ ਸੁਣਨਾ ਚੰਗਾ ਲੱਗਦਾ ਨਾ। ਬੜਾ ਚੰਗਾ ਲੱਗਦਾ ਜੀ, ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ। ਬਸ ਅੰਤ ਦੇ ਵਿੱਚ ਤਾਂ ਇਹੀ ਹੈ ਜੀ, ਕਹਿਣ ਦਾ ਭਾਵ ਹੈ ਜੋ ਚੀਜ਼ਾਂ ਕਿਸੇ ਵੀ, ਚਾਹੇ ਉਹ ਸਿੱਖ ਧਰਮ ਹੈ, ਚਾਹੇ ਉਹ ਹਿੰਦੂ ਧਰਮ, ਮੁਸਲਿਮ ਧਰਮ, ਮੈਨੂੰ ਧਰਮ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈਗਾ, ਪਰ ਜੋ ਵੀ ਗਲਤ ਇਨਸਾਨੀਅਤ ਨਾਲ ਹੁੰਦਾ, ਠੀਕ ਹੈ, ਇੱਕ ਬੰਦੇ ਨੇ ਗਲਤੀ ਕਰੀ ਹੈ ਤਾਂ ਉਹ ਇੱਕ, ਉਸ ਲਈ ਇੱਕ ਬੰਦਾ ਜ਼ਿੰਮੇਵਾਰ ਹੈ, ਉਹਦੇ ਲਈ ਪੂਰੀ ਕਮਿਊਨਿਟੀ ਕਦੇ ਵੀ ਜ਼ਿੰਮੇਵਾਰ ਨਹੀਂ ਹੁੰਦੀ, ਠੀਕ ਹੈ। ਤਾਂ ਪੰਜਾਬ ਨੂੰ ਇਸ ਰੂਪ ਦੇ ਵਿੱਚ, ਇਸ ਦ੍ਰਿਸ਼ਟੀ ਨਾਲ ਦੇਖਿਆ ਕਿਉਂ ਜਾਣ ਲੱਗਿਆ, ਜਾਂ ਕਿਉਂ ਪੰਜਾਬ ਨਾਲ ਧੱਕਾ ਹੋਇਆ, ਜਾਂ ਲੋਕ, ਪੰਜਾਬ ਦੇ ਲੋਕਾਂ ਦਾ ਇਹ ਮੰਨਣਾ ਹੈ ਵੀ ਸਾਡੇ ਨਾਲ ਧੱਕਾ ਹੁੰਦਾ ਹੈ ਤਾਂ ਇਹ ਚੀਜ਼ਾਂ, ਇਹ ਗਤੀਵਿਧੀਆਂ ਜ਼ਿਆਦਾ ਹੁੰਦੀਆਂ। ਪਰ ਸੋਚਣਾ, ਇਹ ਵੀ ਆਪਾਂ ਨੂੰ ਕਿਤੇ ਨਾ ਕਿਤੇ ਸੋਚਣਾ ਪੈਣਾ ਵੀ ਇਹ ਚੀਜ਼ਾਂ ਹੁੰਦੀਆਂ ਹੀ ਕਿਉਂ ਨੇ, ਇਹ ਹੋਂਦ 'ਚ ਹੀ ਕਿਉਂ ਆਉਂਦੀਆਂ। ਮੇਰਾ ਮੰਨਣਾ ਤਾਂ ਇਹ ਹੈ ਵੀ ਜਿਵੇਂ ਹੁਣ ਇੱਕ ਕਲਾਸ ਦੇ ਵਿੱਚ, ਜਿਵੇਂ ਮੈਂ ਟੀਚਿੰਗ 'ਚ ਰਹੀ ਹਾਂ, ਵੀ 30 ਬੱਚੇ ਪੜ੍ਹਦੇ ਆ, 30 ਬੱਚਿਆਂ ਦੇ ਵਿੱਚੋਂ ਇੱਕ ਬੱਚਾ ਹਰ ਵਾਰ ਸ਼ਰਾਰਤ ਕਰਦਾ ਹੈ, ਗਲਤੀ ਕਰਦਾ ਹੈ, ਤਾਂ ਕਿਰਪਾ ਕਰਕੇ ਉਹਦੀ ਇਕੱਲੀ ਗਲਤੀ ਵੱਲ ਧਿਆਨ ਨਾ ਦਿੱਤਾ ਵੀ ਉਹਨੂੰ ਦੇਖੋ ਵੀ ਕਿਤੇ ਉਹਨੂੰ ਕੋਈ ਪਰੇਸ਼ਾਨੀ ਤਾਂ ਨਹੀਂ, ਵੀ ਜੋ ਖਰਾਬੀ ਕਰ ਰਿਹਾ ਉਹ ਕਿਉਂ ਕਰ ਰਿਹਾ, ਦੂਜੇ 29 ਸ਼ਾਂਤ ਕਿਉਂ ਨੇ, ਇਹ ਇਕੱਲਾ ਦੁਖੀ ਕਿਉਂ ਆ। ਤਾਂ ਜਿਹੜਾ ਪੰਜਾਬ ਆ ਇੱਕ ਇਹੋ ਜਿਹਾ ਸੂਬਾ ਹੈ, ਮੇਰਾ ਮੰਨਣਾ ਇਹ ਆ, ਪੰਜਾਬ ਸੂਬਾ ਇੱਕ ਇਹੋ ਜਿਹਾ ਪੰਜਾਬ ਪੰਜਾਬੀਅਤ, ਮੈਂ ਇਕੱਲੇ ਪੰਜਾਬ ਨੂੰ ਇਕੱਲੇ ਸਿੱਖ ਧਰਮ ਨਾਲ ਜੋੜ ਕੇ ਦੇਖਿਆ ਜਾਂਦਾ ਤਾਂ ਗਲਤ ਵੀ ਬੋਲਿਆ ਜਾਂਦਾ ਕਈ ਵਾਰ ਪੰਜਾਬ ਬਾਰੇ, ਪਰ ਪੰਜਾਬ ਇਕੱਲਾ ਸਿੱਖ ਧਰਮ, ਇਕੱਲੇ ਸਿੱਖ ਨਹੀਂ ਰਹਿੰਦੇ ਪੰਜਾਬ 'ਚ, ਹਿੰਦੂ ਵੀ ਰਹਿੰਦੇ ਨੇ, ਮੁਸਲਿਮ ਵੀ ਰਹਿੰਦੇ ਨੇ, ਈਸਾਈ, ਹੋਰ ਪਤਾ ਨਹੀਂ ਕਿੰਨੇ ਧਰਮਾਂ ਦੇ ਲੋਕ ਰਹਿੰਦੇ। ਪੰਜਾਬ ਪੰਜਾਬੀਅਤ ਜਿੰਦਾ ਰਹਿਣੀ ਚਾਹੀਦੀ ਆ, ਸਭ ਤੋਂ ਵੱਡੀ ਗੱਲ ਇਨਸਾਨੀਅਤ ਜਿੰਦਾ ਰਹਿਣੀ ਚਾਹੀਦੀ ਆ। ਕਦੇ ਵੀ ਧਰਮ ਦਾ ਪੱਤਰਾ ਚਾੜ ਕੇ ਨਾ ਕਿਸੇ ਨੂੰ ਦੁਖੀ ਕਰੋ। ਵੇਖ ਲਿਆ ਵੀ ਸਿੱਖ ਹੈ, ਵੀ ਹਾਂ ਅੱਤਵਾਦੀ ਘਟਨਾਵਾਂ ਨਾਲ ਜੁੜਿਆ ਹੋਇਆ ਤਾਂ ਨਹੀਂ, ਟੈਨਸ਼ਨ ਹੋ ਗਈ ਜੀ। ਦੇਖ ਲਿਆ ਕੋਈ ਹਿੰਦੂ ਹੈ, ਕੋਈ ਕੱਟੜ ਹਿੰਦੂ ਤਾਂ ਨਹੀਂ ਹੈਗਾ। ਦੇਖ ਲਿਆ ਕੋਈ ਮੁਸਲਮਾਨ ਨੂੰ ਵੀ ਵੇਖ ਕੇ ਉਹ ਗੱਲ ਬੋਲੀ ਜਾਂਦੀ ਆ। ਕਹਿੰਦਾ ਵਾ ਇਹਨਾਂ ਚੀਜ਼ਾਂ ਤੋਂ ਜਦੋਂ ਆਪਾਂ ਧਰਮ ਦੇ ਦਾਇਰੇ 'ਚੋਂ ਬਾਹਰ ਨਿਕਲ ਗਏ ਨਾ, ਜਦੋਂ ਆਪਾਂ ਇਨਸਾਨ ਦੀਆਂ ਅੱਖਾਂ ਨਾਲ ਇਨਸਾਨ ਵੇਖਾਂਗੇ, ਆਪਣਾ ਭਾਈਚਾਰਾ ਵੀ ਵਧੂ, ਪਿਆਰ ਵੀ ਵਧੂ, ਤੇ ਜਿਹੜੇ ਸ਼ਰਾਰਤੀ ਅਨਸਰ ਉਹ ਆਪੀ ਸਾਈਡ 'ਤੇ ਹੋ ਜਾਣਗੇ। ਜੀ ਹਰਪ੍ਰੀਤ, ਬਹੁਤ ਚੰਗਾ ਲੱਗਿਆ ਮੈਨੂੰ ਤੁਹਾਡੇ ਨਾਲ ਗੱਲ ਕਰਕੇ। ਤੁਹਾਡੇ ਵਰਗੀਆਂ ਬਹਾਦਰ ਧੀਆਂ ਜਿਸ ਘਰ ਦੇ ਵਿੱਚ ਹੋਣ, ਹੈ ਨਾ, ਅਤੇ ਧੀਆਂ ਵੈਸੇ ਵੀ ਘਰਾਂ ਦੀ ਰੌਣਕ ਹੁੰਦੀਆਂ ਨੇ। ਰੱਬ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਸਹੀ ਸਲਾਮਤ ਰੱਖੇ। ਤੁਸੀਂ ਸਾਡੇ ਸਟੂਡੀਓ ਆਏ, ਸਾਡੇ ਨਾਲ ਆਪਣੀ ਜ਼ਿੰਦਗੀ ਦੇ ਅਨੁਭਵ ਸਾਂਝੇ ਕੀਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਸੀਂ ਗੱਲ ਕੀਤੀ ਹਰਪ੍ਰੀਤ ਜੀ ਦੇ ਨਾਲ। ਇਹ ਕਹਾਣੀ ਉਸ ਦੌਰ ਦੇ ਵਿੱਚ ਬਹੁਤ ਸਾਰੇ ਪਰਿਵਾਰਾਂ ਨੇ ਹੰਢਾਈ ਹੈ। ਬਹੁਤ ਸਾਰੇ ਪਰਿਵਾਰ ਅਜਿਹੇ ਹੋਣਗੇ ਜੋ ਅੱਜ ਵੀ ਇਸ ਸੰਤਾਪ ਨੂੰ ਹੰਢਾ ਰਹੇ ਨੇ, ਅਤੇ ਇਸ ਕਹਾਣੀ ਦੇ ਵਿੱਚੋਂ ਆਪਣੇ ਕਿਰਦਾਰ ਉਹ ਲੱਭਦੇ ਨਜ਼ਰ ਆਉਂਦੇ ਹੋਣਗੇ। ਅਸੀਂ ਇਹੋ ਅਰਦਾਸ ਕਰਦੇ ਹਾਂ ਪਰਮਾਤਮਾ ਅੱਗੇ ਕਿ ਅਜਿਹਾ ਦੌਰ ਕਦੇ ਵੀ ਪੂਰੇ ਦੇਸ਼ ਦੇ ਵਿੱਚ ਦੁਬਾਰਾ ਕਦੇ ਕਿਸੇ ਨੂੰ ਵੀ ਦੇਖਣਾ ਨਾ ਪਏ। ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਖਤਮ ਹੁੰਦਾ ਹੈ।